ਗਰੇਵਾਲ ਸਾਹਿਬ ਅੰਦੋਲਨ ਕਾਫੀ ਲੰਮਾ ਹੋ ਗਿਆ। ਬੀਜੇਪੀ ਵਾਲਿਆਂ ਨੂੰ ਘਰਾਂ ਦੇ ਵਿੱਚ ਵੀ ਤਾੜਿਆ ਹੋਇਆ ਹਨ, ਪ੍ਰੋਟੈਸਟ ਉੱਥੇ ਵੀ ਹੋ ਰਹੇ, ਕਿਸਾਨ ਕਰਦੇ ਪਏ ਨੇ ਤੇ ਤੁਹਾਡੇ ਵਿਰੁੱਧ ਵੀ ਉਹਨਾਂ ਨੇ ਪ੍ਰਚਾਰ ਕੀਤਾ। ਤੁਹਾਨੂੰ ਵੀ ਕਈ ਵਾਰੀ ਥਾਵਾਂ ਤੇ ਰਾਜ ਰੋਕਣ ਦੀ ਕੋਸ਼ਿਸ਼ ਕੀਤੀ, ਤੁਹਾਡੀ ਜ਼ਮੀਨ ਤੱਕ ਕਿਹਾ ਕਿ ਤੁਹਾਨੂੰ ਵਾਹਣ ਨਹੀਂ ਦੇਵਾਂਗੇ ਤੇ ਤੁਹਾਡੇ ਘਰ ਦੇ ਬਾਹਰ ਲਿਖ ਦਿੱਤਾ ਗਿਆ ਗੱਦਾਰ ਹੈ। ਹਾਲੇ ਵੀ ਸੋਚਿਆ ਕਿ ਬੀਜੇਪੀ 'ਚ ਰਹੋਗੇ ਛੱਡ ਦੋਗੇ, ਪਰ ਉਸ ਵੇਲੇ ਮੈਂ ਵੀ ਕਹੂੰਗਾ ਕਿ ਆ ਜਾਵੇ, ਫਿਰ ਦੇਖਾਂਗੇ। ਜਾਂ ਤਾਂ ਤੁਸੀਂ ਜਿਉਂਦੇ ਜਾਓਗੇ ਜਾਂ ਮੈਂ ਜਾਊਂਗਾ। ਮੇਰੀ ਜ਼ਮੀਨ ਦੀ ਗੱਲ ਕਰਦੇ ਹਾਂ। ਇਹ ਕਿਸਾਨ ਨਹੀਂ ਕਰ ਰਿਹਾ ਕੁਛ। ਕਿਸਾਨ ਤਾਂ ਖੇਤਾਂ 'ਚ ਆ, ਕਿਸਾਨ ਤਾਂ ਆਪਦੀ ਜੀਵਨ ਮਰਨ ਦੀ ਲੜਾਈ ਲੜ ਰਿਹਾ, ਸੁਸਾਈਡ ਕਰ ਰਿਹਾ, ਆਤਮ ਹੱਤਿਆਵਾਂ ਕਰ ਰਿਹਾ। ਉਗਰਾਹਾਂ ਜਿਹੜੀ ਜਥੇਬੰਦੀ ਆ, ਇਹ ਕਮਿਊਨਿਸਟ ਪਾਰਟੀ, ਮਾਰਕਸਿਸਟ, ਲੈਨਿਸਟ, ਨਾਗੀ ਰੈਡੀ ਗਰੁੱਪ ਆ। ਹੁਣ ਅੱਜ ਕੱਲ੍ਹ ਕੀ ਹੋ ਗਿਆ ਕਿ ਜਦੋਂ ਮੈਂ ਇਹਨਾਂ ਨੂੰ ਕਮਿਊਨਿਸਟ ਕਹਿਣ ਲੱਗ ਗਿਆ ਨਾ, ਤੇ ਲੋਕਾਂ 'ਚ ਐਕਸਪੋਜ਼ ਕੀਤੇ ਪਬਲਿਕ 'ਚ, ਤੇ ਮੈਂ ਦੱਸਣ ਲੱਗ ਗਿਆ ਵੀ ਜਿਹੜੀ ਫੈਕਟਰੀ 'ਤੇ ਝੰਡਾ ਲਾਉਂਦੇ ਆ ਉਹਨੂੰ ਬੰਦ ਕਰਾ ਕੇ ਹੀ ਜਾਂਦੇ ਆ, ਕਿਸਾਨ ਦਾ ਨੁਕਸਾਨ ਕਰਨਗੇ। ਔਰ ਤੁਸੀਂ ਵੀ ਤਾਂ ਆਰਐਸਐਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਬਿਲਕੁਲ ਹੈਗੇ ਆ, ਅਸੀਂ ਤਾਂ ਖੁੱਲ੍ਹ ਕੇ ਕਹਿੰਦੇ ਹੈਗੇ ਆ। ਉਹ ਕਹੇ ਨਾ ਮੈਂ ਹੈਗਾ। ਅਕਾਲੀ ਦਲ ਜਿਹੜਾ ਇਸ ਵੇਲੇ ਉਹ ਅਕਾਲੀ ਦਲ ਨਹੀਂ ਹੈ, ਇਹ ਪਰਿਵਾਰਕ ਦਲ ਹੈ। ਤੇ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਦੋਂ ਸੱਤਾ 'ਚ ਆਉਂਦੀਆਂ ਨੇ, ਇਹ ਆਪਣਾ ਪਾਲਣ ਪੋਸ਼ਣ ਕਰਦੀਆਂ ਨੇ, ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੀਆਂ, ਨਾ ਕਿ ਉਹ ਸਟੇਟ ਦੀ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਂਦੀਆਂ ਨੇ। ਗਰੇਵਾਲ ਸਾਹਿਬ, ਜੋ ਸਥਾਨਕ ਚੋਣਾਂ ਦੇ ਵਿੱਚ ਬੀਜੇਪੀ ਦਾ ਹਸ਼ਰ ਹੋਇਆ, ਉਹ ਹਸ਼ਰ ਦੇਖ ਕੇ ਲੱਗਦਾ ਕਿ 2022 'ਚ ਤੁਹਾਨੂੰ ਵੋਟਾਂ ਪੈਣਗੀਆਂ। ਅਸੀਂ ਪ੍ਰਮੁੱਖ ਹਸਤੀ ਹੋਵਾਂਗੇ ਪੰਜਾਬ ਦੀ, ਭਾਰਤੀ ਜਨਤਾ ਪਾਰਟੀ, ਔਰ ਲੋਕ ਸਾਨੂੰ ਸਵੀਕਾਰ ਕਰਨਗੇ। ਤੁਸੀਂ ਸਿੱਖ ਕਹਾਉਣਾ ਪਸੰਦ ਕਰੋਗੇ ਜਾਂ ਹਿੰਦੂ ਕਹਾਉਣਾ ਪਸੰਦ ਕਰੋਗੇ? ਕੀ ਸੋਚਦੇ ਤੁਸੀਂ ਕਿ ਤੁਸੀਂ ਬਾਹਰ ਜਾਓ, ਤੁਹਾਨੂੰ ਕੀ ਲੋਕ ਕਹਿਣ, ਹਿੰਦੂ ਕਹਿਣ ਜਾਂ ਕਹਿਣ ਕਿ ਇਹ ਸਿੱਖ? ਇਹ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਅਸੀਂ, ਜਿਹੜੇ ਮਾਓਵਾਦੀ ਕਹਿੰਦੇ ਆ ਜਾਂ ਕਮਿਊਨਿਸਟ ਕਹਿੰਦੇ ਆ, ਉਹ ਕਿਸਾਨ ਲੀਡਰ ਨੇ। ਇਹ ਮਾਓਵਾਦੀ ਤੇ ਜਿਹੜੇ ਆਤੰਕਵਾਦੀ ਨੇ ਇਹ ਕੰਮ ਕਰਦੇ ਆ। ਪਰ ਸੁਪਰੀਮ ਕੋਰਟ ਇਹ ਉਹਨਾਂ ਦਾ ਕੰਮ। ਤੁਹਾਡੀ ਜਦੋਂ ਸਰਕਾਰ ਸੀ, 4 ਜੱਜ ਬਾਹਰ ਸੀਨੀਅਰ ਬੈਠੇ, ਕਹਿੰਦੇ ਸਭ ਕੁਝ ਸੁਪਰੀਮ ਕੋਰਟ ਵਿੱਚ ਸਹੀ ਨਹੀਂ ਚੱਲ ਰਿਹਾਗਾ। ਅੱਜ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ। ਇਹ ਤੁਹਾਡੀ ਸਰਕਾਰ ਵੇਲੇ ਹੋਇਆ ਨਾ। ਤੁਸੀਂ ਯਾਰ ਇਹਨਾਂ ਤਾਂ ਜਾਣਦੇ ਹੋ ਨਾ ਕਿ ਇਹ ਜਿਹੜਾ ਫੂਡ ਸਟੱਫ ਵਿੱਚ ਤੁਸੀਂ ਕਾਨੂੰਨ ਲੈ ਕੇ ਆਏ ਹੋ, ਫੂਡ ਸਟੱਫ ਜਿਹੜਾ ਹੈਗਾ ਉਹ ਅਲੱਗ ਮਸਲਾ ਹੈਗਾ, ਲੇਕਿਨ ਖੇਤੀਬਾੜੀ ਦੇ ਉੱਤੇ ਕਾਨੂੰਨ ਜੇ ਆਪਾਂ ਲਾਉਂਦੇ, ਤੁਹਾਨੂੰ ਵੀ ਪਤਾ ਕਿ ਇਹ ਤਾਂ ਸਟੇਟ ਦਾ ਅਧਿਕਾਰ ਸੀਗਾ, ਲੇਕਿਨ ਸੈਂਟਰ ਕੋਲ ਹੀ ਜੇ ਅਧਿਕਾਰ ਦਾ ਸੁਪਰੀਮ ਕੋਰਟ ਜਾਓ ਨਾ, ਕੋਈ ਵੀ ਪੀਆਈ ਪੈਸੇ ਕੋਈ ਵੀ ਕੇਸ ਕਰਦੇ ਹੋ। ਪਰ ਮੈਂ ਮੰਡੀਆਂ ਜਾ ਕੇ ਗਰੇਵਾਲ ਸਾਹਿਬ ਕਿਸਾਨ ਰੋ ਰਹੇ ਅੱਜ ਕਿਸਾਨ ਸੁਖੀ ਆ, ਜਿਹੜੇ ਕਹਿੰਦੇ ਆ 25% ਕਿਸਾਨ ਮੋਦੀ ਜੀ ਦੀ ਜਿੰਦਾਬਾਦ ਕਰਨ ਲੱਗ ਗਏ ਇੱਥੇ। ਉਸ ਤੋਂ ਬਾਅਦ ਜਿਹੜੀ ਡਾਇਰੈਕਟ ਪੇਮੈਂਟ ਗਈ ਹੈ, ਕਹਿੰਦੇ ਸਾਨੂੰ ਤਾਂ ਇੰਨਾ ਪੈਸਾ ਨਹੀਂ ਸੀ ਕਦੇ ਸਿੱਧਾ ਮਿਲਿਆ, ਆੜਤੀਆ ਹੌਲੀ ਹੌਲੀ ਦਿੰਦਾ ਸੀ, ਕੋਈ ਘੱਟ ਨਹੀਂ। ਪਰ ਹਾਲੇ ਕਿਸਾਨਾਂ ਦੇ ਪੈਸੇ ਆਏ ਨਹੀਂ ਖਾਤਿਆਂ ਵਿੱਚ। ਪੰਜਾਬ ਦੇ 4 ਜ਼ਿਲ੍ਹੇ ਆ ਤੇ ਹਰਿਆਣਾ ਦੇ 2 ਜ਼ਿਲ੍ਹੇ ਆ। ਇੰਨਾ ਹੀ ਅੰਦੋਲਨ ਆ। ਬਾਕੀ ਦੇਸ਼ ਦੇ ਕਿਸਾਨ ਕਹਿੰਦੇ ਕਾਨੂੰਨ ਬਹੁਤ। ਫਿਰ ਤੁਹਾਡੇ ਮੁਤਾਬਕ ਦਿੱਲੀ ਦੇ ਬਰੂਹਾਂ ਤੇ ਕਿੰਨੇ ਕੁ ਕਿਸਾਨ ਬੈਠੇ ਹੋਏ ਨੇ? ਬਹੁਤ ਜ਼ਿਆਦਾ ਨਹੀਂ ਹੈਗੇ। 1500-1600 ਇੱਧਰ ਬੈਠੇ ਸਿੰਘੂ ਬਾਰਡਰ ਤੇ ਆ। ਹੁਣ ਉਗਰਾਹਾਂ ਲੈ ਗਿਆ 15,000। ਪਹਿਲਾਂ ਉੱਥੇ ਗਿਣਤੀ 0 ਹੋ ਗਈ, 700-800 ਹੀ ਰਹਿ ਗਏ। ਫਿਰ ਜੇ ਇੰਨੀ ਘੱਟ ਗਿਣਤੀ ਵਿੱਚ ਕਿਸਾਨ ਬੈਠੇ ਹੋਏ ਨੇ, ਤੁਹਾਨੂੰ ਲੱਗਦਾ ਦਿੱਲੀ ਦੇ ਬਰੂਹਾਂ ਉੱਤੇ ਤੇ ਲਾਲ ਕਿਲ੍ਹੇ ਉੱਤੇ ਉੱਥੇ ਏਡੀ ਵੱਡੀ ਘਟਨਾ ਵਾਪਰ ਜਾਂਦੀ ਹੈ, ਤੁਹਾਡੀ ਪੁਲਿਸ ਫੋਰਸ ਕੀ ਕਰ ਰਹੀ ਸੀ? ਇਹ ਜਾਣ-ਬੁੱਝ ਕੇ ਉਦਣ ਕਤਲੇਆਮ ਮਚਾ ਕੇ ਪੂਰੇ ਦੁਨੀਆ 'ਚ ਔਰ ਦੇਸ਼ 'ਚ ਨਾਂ ਖਰਾਬ ਕਰਨਾ ਚਾਹੁੰਦੇ ਸੀ। ਉਹ ਲੱਖਾ ਸਿਧਾਣਾ ਵੀ ਇਹਨਾਂ ਦਾ ਹੀ ਆ, ਦੀਪ ਸਿੱਧੂ ਵੀ ਇਹਨਾਂ ਦਾ। ਇਹ ਗੁੰਡੇ ਪੈਦਾ ਕਰਦੇ ਆ। ਇਹ ਜਿਹੜੇ ਕਿਸਾਨ ਲੀਡਰ ਨੇ, ਇਹਨਾਂ ਨੂੰ 5-5000 ਵੋਟ ਪੈਣੀ ਆ। ਜੇ ਇਸ ਤੋਂ ਜ਼ਿਆਦਾ ਪੈ ਜੇ ਮੈਨੂੰ ਫੜ ਲਿਓ। ਜਿਹੜੇ ਅੱਜ ਹੀਰੋ ਬਣੇ ਫਿਰਦੇ ਆ, ਇਹਨਾਂ ਨੂੰ ਇਹਨਾਂ ਦੀ ਸਮਝ ਆ ਜੂਗੀ ਇਹ ਕੀ ਨੇ। ਅੱਜ ਤੁਸੀਂ ਹਮਦਰ ਟੀਵੀ ਤੇ ਕਹਿੰਦੇ ਹੋ ਕਿ ਐਮਐਸਪੀ ਦਾ ਕਾਨੂੰਨ ਬਣਾਓਗੇ ਤੁਸੀਂ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਮਨ ਮੋਹਨ ਮੋਹਜਾਲ। ਸੋ ਕਿਸਾਨ ਅੰਦੋਲਨ ਜਾਰੀ ਹੈਗਾ। ਭਾਰਤ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਹਾਲੇ ਵੀ ਬੈਠੇ ਹੋਏ ਨੇ ਤੇ ਹਰਜੀਤ ਸਿੰਘ ਗਰੇਵਾਲ ਜੋ ਬੀਜੇਪੀ ਦੇ ਸੀਨੀਅਰ ਲੀਡਰ ਹੈਗੇ ਨੇ, ਉਹ ਲਗਾਤਾਰ ਆਪਣੀ ਪਾਰਟੀ ਨੂੰ ਡਿਫੈਂਡ ਕਰ ਰਹੇ ਨੇ ਇਸ ਮੁੱਦੇ ਉੱਤੇ। ਸੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਨਿੱਘਾ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ। ਗਰੇਵਾਲ ਸਾਹਿਬ, ਅੰਦੋਲਨ ਕਾਫੀ ਲੰਮਾ ਹੋ ਗਿਆ। ਬੀਜੇਪੀ ਵਾਲਿਆਂ ਨੂੰ ਘਰਾਂ ਦੇ ਵਿੱਚ ਵੀ ਤਾੜਿਆ ਹੋਇਆ, ਹਾਲੇ ਪ੍ਰੋਟੈਸਟ ਉੱਥੇ ਵੀ ਹੋ ਰਹੇ, ਕਿਸਾਨ ਕਰਦੇ ਪਏ ਨੇ ਤੇ ਤੁਹਾਡੇ ਵਿਰੁੱਧ ਵੀ ਉਹਨਾਂ ਨੇ ਪ੍ਰਚਾਰ ਕੀਤਾ। ਤੁਹਾਨੂੰ ਵੀ ਕਈ ਥਾਵਾਂ ਤੇ ਰਾਜ ਰੋਕਣ ਦੀ ਕੋਸ਼ਿਸ਼ ਕੀਤੀ, ਤੁਹਾਡੀ ਜ਼ਮੀਨ ਤੱਕ ਕਿਹਾ ਕਿ ਤੁਹਾਨੂੰ ਵਾਹਣ ਨਹੀਂ ਦੇਵਾਂਗੇ ਤੇ ਤੁਹਾਡੇ ਘਰ ਦੇ ਬਾਹਰ ਲਿਖ ਦਿੱਤਾ ਗਿਆ ਗੱਦਾਰ ਹੈ। ਹਾਲੇ ਵੀ ਸੋਚਿਆ ਕਿ ਬੀਜੇਪੀ 'ਚ ਰਹੋਗੇ ਛੱਡ ਦੋਗੇ? ਇਹ ਆਤੰਕਵਾਦ ਦੇ ਸਮੇਂ 'ਚ ਵੀ ਇੱਥੇ ਦੌਰ ਰਿਹਾ, ਬੜਾ ਕਾਲਾ ਦੌਰ ਸੀ। ਕਦੇ ਕਿਸੇ ਨੂੰ ਨਾ ਤਾਂ ਉਹਨਾਂ ਨੇ ਆਤੰਕਵਾਦੀਆਂ ਨੇ ਪਾਰਟੀ ਛੱਡਣ ਲਈ ਮਜਬੂਰ ਕੀਤਾ, ਨਾ ਕਦੇ ਇਸ ਤਰ੍ਹਾਂ ਦਾ ਰਾਜਨੀਤਿਕ ਆਤੰਕਵਾਦ ਫੈਲਿਆ ਜਿਸ ਤਰ੍ਹਾਂ ਦਾ ਹੁਣ ਚੱਲ ਰਿਹਾ। ਇਹ ਅਸਲ 'ਚ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਜਿਹੜੀ ਆ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਆ। ਕਈ ਪੁਲਿਸ ਅਫੀਸਰ ਵੀ ਕਹਿੰਦੇ ਨੇ ਸਾਨੂੰ ਕਿ ਸਾਡੇ ਤਾਂ ਜੀ ਹੱਥ ਬੰਨੇ ਹੋਏ ਆ, ਸਾਡੇ ਤਾਂ ਵਾਕਈ ਚੂੜੀਆਂ ਪਾਤੀਆਂ ਤੇ ਸਰਕਾਰ ਸਾਨੂੰ ਕੋਈ ਕਾਰਵਾਈ ਨਹੀਂ ਕਰਨ ਦਿੰਦੀ। ਇਹ ਚੰਦ ਗੁੰਡਾ ਗਰੋਹ ਤੇ ਮਾਓਵਾਦੀ ਤੇ ਲੈਫਟਿਸਟ ਮਿਲ ਕੇ ਕਾਂਗਰਸ ਦੇ ਨਾਲ ਇਹ ਕੰਮ ਚੱਲ ਰਿਹਾ। ਉਹ ਦੁਬਾਰਾ ਸੱਤਾ 'ਚ ਆਉਣ ਲਈ, ਆਪਣੇ ਤੋਂ ਧਿਆਨ ਭਟਕਾਉਣ ਲਈ, ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ
ਪਬਲਿਕ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਡੀਸੈਂਟ ਵੇ ਨਾਲ ਡੌਜ ਕਰ ਰਹੇ ਆ ਕਿ ਇਹਨਾਂ ਦਾ ਧਿਆਨ ਦੂਸਰੀ ਤਰਫ ਹੀ ਰਹੇ ਜੀ ਜੀ ਤੇ ਮੇਰੇ ਵੱਲ ਧਿਆਨ ਹੀ ਨਾ ਆਵੇ। ਤੇ ਇਸ ਕਰਕੇ ਮੈਂ ਦੁਬਾਰਾ ਸਰਕਾਰ ਬਣਾ ਜਾਂ ਨਾ ਤਾਂ ਦੁਬਾਰਾ ਉਹਦੀ ਸਰਕਾਰ ਬਣਨੀ ਆ, ਨਾ ਹੀ ਮਨਸੂਬੇ ਠੀਕ ਹੋਣੇ ਆ। ਇਹ ਬਾਅਦ ਚ ਕੀ ਹੋਣਾ। ਮੈਂ ਤੁਹਾਨੂੰ ਅੱਜ ਇੱਕ ਹਿਸਟੋਰੀਕਲ ਗੱਲ ਵੀ ਦੱਸ ਦਿੰਦਾ ਜੀ ਜੀ ਕਿ ਰੂਸ ਦੇ ਅੰਦਰ ਨਾ ਪਹਿਲਾਂ ਜ਼ਾਰ ਦੀ ਹਕੂਮਤ ਸੀ। ਉੱਥੇ ਰਾਜੇ ਨੂੰ, ਉਹ ਜਿਹੜਾ ਸੀਗਾ ਉਹਦਾ ਨਾਮ ਜ਼ਾਰ ਕਹਿੰਦੇ ਸੀ, ਉਹਦੀ ਹਕੂਮਤ ਸੀ। ਤੇ ਇਸੇ ਤਰ੍ਹਾਂ ਹੀ ਫਰਾਂਸ 'ਚ ਵੀ ਰਾਜਤੰਤਰ ਸੀ। ਇਹ ਰਾਜ ਪਲਟਾ ਹੋਇਆ ਕਿਵੇਂ? ਉੱਥੇ ਕੀ ਸੀ ਕਿ ਛੋਟੇ ਛੋਟੇ ਗਰੋਹ 150 ਬੰਦਿਆਂ ਨੇ ਉੱਠਣਾ, ਲੁੱਟਾਂ ਖੋਹਾਂ ਕਰ ਲੈਣੀਆਂ। ਉਸ ਵੇਲੇ ਦਾ ਰਾਜਾ, ਉਹ ਹਕੂਮਤ ਜਿਹੜੀ ਸੀ ਧਿਆਨ ਨਹੀਂ ਦਿੰਦੀ ਸੀ, ਜਾਂ ਕੁਛ ਨੂੰ ਸ਼ਹਿ ਵੀ ਦੇ ਦਿੰਦੀ ਸੀ, ਲੁੱਟ ਖੋਹ 'ਚੋਂ ਵੀ ਹਿੱਸਾ ਲੈ ਲੈਂਦੇ ਹੋਣੇ ਆ, ਜਾਂ ਕੀ ਹੁੰਦਾ ਸੀ ਇਹ ਤਾਂ ਉਸ ਵੇਲੇ ਦੇ ਲੋਕ ਉੱਥੇ ਦੱਸ ਸਕਦੇ ਆ। ਪਰ ਜਿੰਨਾ ਕੁ ਮੈਂ ਉਹਦੇ ਬਾਰੇ ਪੜ੍ਹਿਆ ਔਰ ਸੁਣਿਆ, ਔਰ ਉੱਥੇ ਮੈਂ ਰਸ਼ੀਆ 'ਚ ਘੁੰਮਿਆ ਵੀ, ਉੱਥੇ ਲੋਕ ਦੱਸਦੇ ਸੀ ਕਿ ਹੌਲੀ ਹੌਲੀ ਇਹ ਕਰਦੇ ਕਰਦੇ ਜਦੋਂ ਉਹਨਾਂ ਨੇ ਲੁੱਟਾਂ ਖੋਹਾਂ ਕਰ ਲੈਣੀਆਂ, ਉਹਨਾਂ ਦਾ ਕੁਝ ਵਿਗੜਨਾ ਨਾ। ਉਹਨਾਂ ਨੂੰ ਸਮਝ ਆ ਗਈ ਕਿ ਜਦੋਂ ਅਸੀਂ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਕ੍ਰਾਈਮ ਕਮਿਟ ਕਰਾਂਗੇ ਤੇ ਸਾਡਾ ਕੋਈ ਸਰਕਾਰ, ਕੋਈ ਪੁਲਿਸ, ਕੋਈ ਫੌਜ ਕੁਝ ਨਹੀਂ ਵਿਗਾੜ ਸਕਦੀ। ਆਖਰ ਕੀ ਹੋਇਆ ਕਿ ਇੱਕ ਦਿਨ ਉੱਥੇ ਰਾਜ ਪਲਟਾ ਹੋ ਗਿਆ। ਔਰ ਇਹ ਇਸੇ ਤਰ੍ਹਾਂ ਫਰਾਂਸ 'ਚ ਹੋਇਆ, ਉੱਥੇ ਵੀ ਇਹੀ ਹੁੰਦਾ ਸੀ ਤੇ ਉਹ ਅਲਾਉ ਕਰਦੀਆਂ ਸੀ ਉਸ ਟਾਈਮ ਦੀਆਂ ਸਰਕਾਰਾਂ, ਤੇ ਇਹ ਹੁੰਦਾ ਰਿਹਾ। ਹੁਣ ਜੋ ਪੰਜਾਬ ਦੇ ਅੰਦਰ ਹੋ ਰਿਹਾ, ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਆ। ਇਹ ਕਿਸਾਨ ਨਹੀਂ ਕਰ ਰਿਹਾ ਕੁਛ। ਕਿਸਾਨ ਤਾਂ ਖੇਤਾਂ 'ਚ ਆ, ਕਿਸਾਨ ਤਾਂ ਆਪਦੀ ਜੀਵਨ ਮਰਨ ਦੀ ਲੜਾਈ ਲੜ ਰਿਹਾ, ਸੁਸਾਈਡ ਕਰ ਰਿਹਾ, ਆਤਮ ਹੱਤਿਆਵਾਂ ਕਰ ਰਿਹਾ, ਔਰ ਕਿਸਾਨ ਦੁਖੀ ਹੈ। ਪਰ ਗਰੇਵਾਲ ਸਾਹਿਬ, ਦਿੱਲੀ ਦੇ ਬਰੂਹਾਂ ਉੱਤੇ ਲੱਖਾਂ ਦੀ ਗਿਣਤੀ ਕਿਸਾਨ ਬੈਠੇ, ਮੈਂ ਦੱਸਦਾ, ਉਹ ਵੀ ਮਾਤਾਵਾਂ, ਬੱਚੇ ਵੀ ਸਾਰੇ, ਉਹ ਮੈਂ ਦੱਸ ਦਿੰਦਾ ਉਹ ਕਿਉਂ ਆ, ਉਹ ਵੀ ਮੈਂ ਦੱਸਦਾ। ਉਹ ਜਦੋਂ ਤੁਸੀਂ ਇਹ ਪਹਿਲਾਂ ਤਾਂ ਇਹਨਾਂ ਦਾ ਇਹ ਗੱਲ ਪੂਰੀ ਕਰਨਾ ਕਿ ਜਿਹੜੇ ਗੁੰਡਾ ਗਰੋਹ ਹੁੰਦੇ, ਜਦੋਂ ਇਹਨਾਂ ਨੂੰ ਪਤਾ ਚੱਲ ਜਾਂਦਾ ਸਾਡੀ ਆ ਸਮਰੱਥਾ ਹੈਗੀ ਆ, ਅਸੀਂ ਇਕੱਠੇ ਹੋ ਕੇ ਕੁਝ ਵੀ ਕਰ ਸਕਦੇ ਹਾਂ, ਤੇ ਅੱਜ ਤਾਂ ਇਹ ਇੰਜੋਏ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਾਰੀਆਂ ਹਰਕਤਾਂ ਨੂੰ। MLA ਦੇ ਅਗਰ ਕੱਪੜੇ ਫਾੜ ਦਿਓ, ਉਹਨੂੰ ਅਲਫ ਨੰਗਾ ਕਰ ਦਿਓ, ਉਸ ਨੂੰ ਵੀ ਇੰਜੋਏ ਕਰ ਰਿਹਾ। ਔਰ ਇਹ ਪੰਜਾਬ ਦੀ ਵਿਧਾਨ ਸਭਾ ਨੰਗੀ ਹੋਈ ਆ, ਲੋਕਤੰਤਰ ਨੰਗਾ ਹੋਇਆ, ਇਹ ਵਿਧਾਇਕ ਨਹੀਂ ਹੋਇਆ ਇੱਕ। ਇਹ ਸ਼ਰਮਸਾਰ ਕਰਨ ਵਾਲੀ ਘਟਨਾ ਹੈਗੀ ਆ ਪੰਜਾਬ ਦੇ ਅੰਦਰ। ਪਰ ਸਾਰਾ ਕੁਝ ਕਿਉਂ ਹੋਇਆ? ਮੈਂ ਦੱਸਦਾ ਨਾ ਕਿਉਂ ਹੋਇਆ, ਉਹ ਵੀ ਦੱਸ ਦਿੰਦਾ। ਇਹ ਸਰਕਾਰੀ ਵਰਦਹਸਤ ਦੇ ਨਾਲ ਹੋਇਆ। ਕਿਸੇ ਦੀ ਤਾਕਤ ਨਹੀਂ ਇਹ ਕਰ ਜੇ, ਇਹ ਨਹੀਂ ਕਰ ਸਕਦਾ ਕੋਈ ਵੀ। ਔਰ ਇਸ ਨਾਲ ਸਰਕਾਰ ਵੀ ਨਹੀਂ ਬਚਣੀ। ਮਮਤਾ ਨੇ ਵੈਸਟ ਬੰਗਾਲ ਦੇ ਅੰਦਰ ਸਾਡੇ 140 ਵਰਕਰ ਜਿਹੜੇ ਆ, ਉਹਨਾਂ ਦੀਆਂ ਹੱਤਿਆਵਾਂ ਕਰਵਾਤੀਆਂ, ਉਹਨਾਂ ਨੂੰ ਸ਼ਹੀਦ ਕਰਵਾਤਾ। ਉਸ ਦੇ ਬਾਵਜੂਦ ਵੀ ਅੱਜ ਅਸੀਂ ਜਿੱਤ ਕੇ ਆ ਰਹੇ ਹਾਂ। ਕਸ਼ਮੀਰ ਵੈਲੀ 'ਚ 26 ਸੀਟਾਂ ਵਿਧਾਨ ਸਭਾ ਦੀਆਂ ਸੀਗੀਆਂ, ਹੁਣ ਤਾਂ ਹੈ ਨਹੀਂ ਗਈਆਂ। ਸਾਡੇ ਹਰ ਵਾਰ ਜਦੋਂ ਚੁਣਾਵ ਹੁੰਦੇ ਸੀ, 26 ਦੀ 26 ਸੀਟਾਂ ਅਸੀਂ ਕੰਟੈਸਟ ਕਰਦੇ ਸੀ, ਤੇ ਸਾਡੇ 5-7 ਕੈਂਡੀਡੇਟ ਸ਼ਹੀਦ ਕਰ ਦਿੱਤੇ ਜਾਂਦੇ ਸੀ। ਉੱਥੇ ਵੀ ਅਸੀਂ ਸਰਕਾਰ ਬਣਾ ਲਈ ਸੀ, ਔਰ ਬਾਕੀ ਵੀ ਦੇਸ਼ ਦੇ ਅੰਦਰ ਬਣੀ ਹੈ, ਵਿਪਰੀਤ ਪਰਿਸਥਿਤੀਆਂ 'ਚ ਵੀ ਬਣੀ ਹੈ। ਔਰ ਪੰਜਾਬ 'ਚ ਤਾਂ ਉਹੀ ਜਿਹੀ ਗੱਲ ਨਹੀਂ ਹੈ। ਇਹ ਤਾਂ ਮੈਨ ਮੇਡ ਸਾਰੀ ਗੱਲ ਹੈਗੀ ਆ, ਇਹ ਸਰਕਾਰ ਨੇ ਬਣਾਈ ਹੋਈ ਹੈ। ਤੇ ਇਹਦੇ 'ਚ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਜੀ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਰਾਜਨੀਤਿਕ ਆਤੰਕਵਾਦ ਫੈਲਾਉਣ ਵਾਲੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ। ਗਰੇਵਾਲ ਸਾਹਿਬ, ਇਹ ਗੱਲ ਸਮਝ ਤੋਂ ਪਰੇ ਆ ਰਹੀ ਹੈ, ਕਿਉਂਕਿ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ, ਮੈਂ ਉਹ ਦੱਸਦਾ ਕਿਉਂ ਬੈਠੇ। ਬੀਜੇਪੀ ਦੇ ਨੇਤਾਵਾਂ ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ, ਨਹੀਂ ਕਿਹਾ। ਸੁਣੋ ਕਿਹਨੂੰ ਕਿਹਾ, ਉਹ ਵੀ ਮੈਂ ਦੱਸਦਾ ਕਿਹਨੂੰ ਕਿਹਾ। ਜਿਹੜਾ ਕਿਸਾਨ ਨੂੰ, ਹੁਣ ਮੈਂ ਜੱਟ ਹਾਂ, ਜੇ ਤੁਸੀਂ ਮੈਨੂੰ ਇਹ ਕਹੋਗੇ ਨਾ ਕਿ ਵੀ ਤੇਰੀ ਜ਼ਮੀਨ ਤੇ ਕਬਜ਼ਾ ਕਰ ਲੈਣਾ, ਮੈਂ ਕਹੂੰਗਾ ਬਾਕੀ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ, ਕਦੇ ਕਾਨੂੰਨ ਹੱਥ 'ਚ ਨਹੀਂ ਲੈਂਦਾ। ਪਰ ਉਸ ਵੇਲੇ ਮੈਂ ਵੀ ਕਹੂੰਗਾ ਕਿ ਆ ਜਾਵੇ, ਫਿਰ ਦੇਖਾਂਗੇ, ਜਾਂ ਤਾਂ ਤੁਸੀਂ ਜਿਉਂਦੇ ਜਾਓਗੇ ਜਾਂ ਮੈਂ ਜਾਊਂਗਾ। ਮੇਰੀ ਜ਼ਮੀਨ ਦੀ ਗੱਲ ਕਰਦੇ ਹਾਂ। ਇਹ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਜੈਨੂਨ ਕਿਸਾਨ ਆ, ਇਹਨਾਂ ਨੂੰ ਇਹ ਸਮਝਾ ਲਿਆ ਕਿ ਵੀ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਕੇ ਅਡਾਨੀ ਅੰਬਾਨੀ ਨੇ ਲੈ ਜਾਣੀਆਂ ਨੇ। ਉਹ ਮਰਨ ਤੇ ਹੋ ਕੇ ਗਿਆ ਹੋਇਆ ਕਿ ਜਾਂ ਮਰਾਂਗੇ ਜਾਂ ਮਾਰਾਂਗੇ ਸਾਡੀ ਜ਼ਮੀਨ ਤੇ। ਨਾ ਤਾਂ ਅਡਾਨੀ ਅੰਬਾਨੀ ਨੇ ਉਹ ਜ਼ਮੀਨ ਲੈਣੀ ਆ, ਨਾ ਹੀ ਕੋਈ ਕਬਜ਼ਾ ਹੋਣਾ, ਨਾ ਕੁਛ ਹੋਣਾ। ਇੱਕ ਉਹਨਾਂ ਨੂੰ ਭਰਮ ਭੁਲੇਖਾ ਪਾਤਾ। ਉਹਦੇ 'ਚ ਇਹ ਜਿਹੜੇ ਕਮਿਊਨਿਸਟ ਨੇ ਇਹ ਕਾਮਯਾਬ ਹੋ ਗਏ, ਕਿਉਂਕਿ ਉਗਰਾਹਾਂ ਜਿਹੜੀ ਜਥੇਬੰਦੀ ਆ, ਇਹ ਕਮਿਊਨਿਸਟ ਪਾਰਟੀ, ਮਾਰਕਸਿਸਟ, ਲੈਨਿਸਟ, ਨਾਗੀ ਰੈਡੀ ਗਰੁੱਪ ਆ। ਹੁਣ ਅੱਜ ਕੱਲ੍ਹ ਕੀ ਹੋ ਗਿਆ ਕਿ ਜਦੋਂ ਮੈਂ ਇਹਨਾਂ ਨੂੰ ਕਮਿਊਨਿਸਟ ਕਹਿਣ ਲੱਗ ਗਿਆ ਨਾ, ਤੇ ਲੋਕਾਂ 'ਚ ਐਕਸਪੋਜ਼ ਕੀਤੇ ਪਬਲਿਕ 'ਚ, ਤੇ ਮੈਂ ਦੱਸਣ ਲੱਗ ਗਿਆ ਵੀ ਜਿਹੜੀ ਫੈਕਟਰੀ ਤੇ ਝੰਡਾ ਲਾਉਂਦੇ ਆ ਉਹਨੂੰ ਬੰਦ ਕਰਾ ਕੇ ਹੀ ਜਾਂਦੇ ਆ, ਕਿਸਾਨ ਦਾ ਨੁਕਸਾਨ ਕਰਨਗੇ। ਹੁਣ ਇਹ ਆਪਦੇ ਆਪ ਨੂੰ ਕਮਿਊਨਿਸਟ ਕਹਿਣ ਤੋਂ ਸ਼ਰਮਾਉਣ ਲੱਗ ਗਏ, ਆਪਦੀ ਵਿਚਾਰਧਾਰਾ ਤੋਂ ਵੀ ਸ਼ਰਮਾਉਣ ਲੱਗ ਗਏ। ਪਰ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ, ਉਹ ਮੰਨਦੇ ਨੇ ਕਿ ਜੋਗਿੰਦਰ ਸਿੰਘ ਉਗਰਾਹਾਂ ਬਹੁਤ ਹੀ ਇਮਾਨਦਾਰ ਕਿਸਾਨ ਆਗੂ ਹੈਗੇ ਨੇ,
ਤੇ ਉਹਨਾਂ ਦਾ ਜਿਹੜਾ ਕੱਦ ਹੈਗਾ ਕਿਸਾਨਾਂ ਦੀ ਨਜ਼ਰਾਂ ਵਿੱਚ ਪੰਜਾਬ ਦੇ ਲੋਕਾਂ ਵਿੱਚ ਕਾਫੀ ਉੱਚਾ ਹੈਗਾ। ਹਟ ਜਾਊਗਾ ਉਹ ਵੀ। ਅਸਲੀਅਤ ਤਾਂ ਅਸਲੀਅਤ ਹੁੰਦੀ ਹੈ ਨਾ। ਕੀ ਅਸਲੀਅਤ ਤੁਸੀਂ ਜਾਣਦੇ ਹੋ ਗੁਰਾਂ ਸਾਹਿਬ ਬਾਰੇ? ਅਸਲੀ ਤੋਂ ਕਮਿਊਨਿਸਟ ਪਾਰਟੀ ਮਾਰਕਸਿਸਟ ਲੈਨਿਸਟ ਨਾਗੀ ਰੈਡੀ ਗਰੁੱਪ ਦਾ ਪਿੱਛੇ 5 ਮੈਂਬਰ ਦੀ ਕਮੇਟੀ ਹੈ ਜਿਹੜੀ ਉਹਨੂੰ ਚਲਾਉਂਦੀ ਹੈ। ਤਾਂ ਉਹ ਇੱਧਰ ਤੋਂ ਉੱਧਰ ਨਹੀਂ ਹੋ ਸਕਦਾ। ਔਰ ਤੁਸੀਂ ਵੀ ਤਾਂ ਆਰਐਸਐਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹੋ। ਬਿਲਕੁਲ ਹੈਗੇ ਆ, ਅਸੀਂ ਤਾਂ ਖੁੱਲ ਕੇ ਕਹਿੰਦੇ ਹੈਗੇ ਆ। ਉਹ ਕਹੇ ਨਾ ਮੈਂ ਹੈਗਾ, ਮਨਾ ਕਿਉਂ ਕਰਦਾ? ਜੇ ਇਮਾਨਦਾਰ ਆਦਮੀ ਹੈ ਤਾਂ ਉਹਨੂੰ ਕਹਿਣਾ ਚਾਹੀਦਾ ਮੈਂ ਹੈਗਾ, ਮੈਂ ਨਕਸਲਾਈਟ ਹਾਂ, ਕਹਿਣਾ ਚਾਹੀਦਾ ਉਹਨੂੰ। ਪਰ ਆਪਣੇ ਪੰਜਾਬ ਦੇ ਵਿੱਚ ਆਰਐਸਐਸ ਦੀ ਵਿਚਾਰਧਾਰਾ ਨੂੰ ਪਸੰਦ ਨਹੀਂ ਕੀਤਾ ਜਾਂਦਾ ਕਿਉਂਕਿ ਆਰਐਸਐਸ ਦੀ ਵਿਚਾਰਧਾਰਾ ਦੇਸ਼ ਨੂੰ ਹੋਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਗੱਲ ਸੁਣੋ, ਕੋਈ ਐਸੀ ਗੱਲ ਨਹੀਂ ਹੈ, ਤੁਹਾਨੂੰ ਅੱਗੇ ਸਮਾਂ ਦੱਸ ਦਊਗਾ। ਇਹ ਤਾਂ ਗਲਤੀ ਕੀ ਸੀ ਕਿ ਅਸੀਂ ਅਕਾਲੀਆਂ ਨਾਲ ਸਮਝੌਤਾ ਕੀਤਾ ਹੋਇਆ ਸੀ। ਅਕਾਲੀ ਦਲ ਦੀ ਕੀ ਗੱਲ ਸੀ ਕਿ ਅਸੀਂ 1/5 ਦੇ ਪਾਰਟਨਰ ਸੀਗੇ। 23 ਸੀਟਾਂ ਤਾਂ ਅਸੀਂ ਲੜਦੇ ਸੀ, 23 ਤਾਂ ਜਿੱਤ ਨਹੀਂ ਸਕਦੇ ਲੜ ਕੇ, ਜਦ 19 ਜਿੱਤੀਆਂ ਸੀ। ਠੀਕ ਹੈ। ਹੁਣ ਜਦੋਂ ਪੂਰੇ ਪੰਜਾਬ ਜੇ ਤੁਸੀਂ ਡੈਮੋਕ੍ਰੇਸੀ ਦੇ ਅੰਦਰ, ਲੋਕਤੰਤਰ ਦੇ ਅੰਦਰ ਇਲੈਕਟਰਲ ਪੋਲਿਟਿਕਸ 'ਚ ਨਹੀਂ ਜਾਓਗੇ ਤਾਂ ਤੁਸੀਂ ਆਪਦਾ ਆਧਾਰ ਨਹੀਂ ਵਧਾ ਸਕਦੇ। ਇਹ ਜ਼ਰੂਰੀ ਹੈ। ਪਰ ਅਸੀਂ 200 ਕਿਲੋਮੀਟਰ ਦਾ ਇਲਾਕਾ ਮਾਲਵੇ ਦਾ ਖਾਲੀ ਪਿਆ ਸੀ ਜਿੱਥੇ ਚੁਣਾਵ ਨਹੀਂ ਲੜੇ 25 ਸਾਲ ਤੋਂ। ਇਹਨਾਂ ਨਾਲ ਅਲਾਈਅੰਸ ਗਠਬੰਧਨ ਰਿਹਾ ਸਾਡਾ। ਔਰ ਗਠਬੰਧਨ ਦੇ ਵਿੱਚ ਕੀ ਹੋਇਆ ਕਿ ਇਹ ਪਰਿਵਾਰਕ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਅਕਾਲੀ ਦਲ ਜਿਹੜਾ ਇਸ ਵੇਲੇ ਉਹ ਅਕਾਲੀ ਦਲ ਨਹੀਂ ਹੈ, ਇਹ ਪਰਿਵਾਰਕ ਦਲ ਹੈ। ਤੇ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਦੋਂ ਸੱਤਾ 'ਚ ਆਉਂਦੀਆਂ ਨੇ ਇਹ ਆਪਣਾ ਪਾਲਣ ਪੋਸ਼ਣ ਕਰਦੀਆਂ ਨੇ, ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੀਆਂ ਨਾ ਕਿ ਉਹ ਸਟੇਟ ਦੀ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਂਦੀਆਂ ਨੇ। ਤੇ ਸਾਡੀ ਇੱਕ ਵਿਚਾਰਧਾਰਕ ਪਾਰਟੀ ਸੀ, ਇੱਕ ਡਿਸਪਲਿਨ ਵਾਲਾ ਦਲ ਸੀ। ਸਾਨੂੰ ਕੇਂਦਰ ਦੀ ਤਰਫੋਂ ਅਲਾਈਅੰਸ ਹੋ ਜਾਂਦਾ ਸੀ, ਉਹ ਵੀ ਪੰਜਾਬ ਦੀ ਡਿਵੈਲਪਮੈਂਟ ਲਈ, ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਭਾਈਚਾਰਕ ਸਾਂਝ ਲਈ। ਭਾਈਚਾਰਕ ਸਾਂਝ ਦੀ ਜ਼ਿਆਦਾ ਜ਼ਰੂਰਤ ਸੀ। ਪੰਜਾਬ ਦੇਸ਼ ਦੀ ਮੁੱਖਧਾਰਾ ਨਾਲ ਜੁੜਿਆ ਰਿਹਾ ਕਿਉਂਕਿ ਜਦੋਂ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਇਹਨਾਂ ਨੂੰ ਪੂਰਾ ਦੇਸ਼ ਹੀ ਦੁਸ਼ਮਣ ਲੱਗਣ ਲੱਗ ਜਾਂਦਾ। ਫਿਰ ਇਹ ਪੰਜਾਬ ਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕਰਦੇ ਆ। ਫਿਰ ਸਿੱਖੀ ਦੀ ਗੱਲ, ਸਿੱਖ ਸੰਸਥਾਵਾਂ ਦੀ ਗੱਲ, ਫਿਰ ਪੰਜਾਬ ਦੇ ਮਸਲਿਆਂ ਦੀ ਗੱਲ, ਨਹੀਂ ਤਾਂ ਕੋਈ ਮਸਲਾ ਨਹੀਂ ਇਹਨਾਂ ਦਾ ਰਹਿੰਦਾ। ਇਸ ਕਰਕੇ ਉਹ ਅਲਾਈਅੰਸ ਸੀ। ਪਰ ਉਹਦੇ 'ਚ ਹੋਇਆ ਕੀ, ਸਾਡੇ ਕੋਲ ਤਾਂ ਕੋਈ ਤਾਕਤ ਨਹੀਂ ਸੀ। 4 ਤਾਂ ਵਜ਼ੀਰ ਬਣਾਉਂਦੇ ਸੀ ਅਸੀਂ। ਸਾਡੇ ਵਜ਼ੀਰਾਂ ਦੀ ਹਾਲਤ ਕੀ ਸੀ ਉਹ ਵੀ ਤੁਹਾਨੂੰ ਪਤਾ ਰਹਿਣਾ। ਤੇ ਸਾਡੀ ਤਾਂ ਉਹ ਹਾਲਤ ਸੀ ਕਿ ਜਦੋਂ ਕਸਾਈ ਨੇ ਬੱਕਰਾ ਕੱਟਣਾ ਹੋਵੇ ਨਾ, ਉਹ ਸਾਹਮਣੇ ਜਿਹੜਾ ਬੰਦਾ ਮੇਰੇ ਵਰਗਾ ਸ਼ਰੀਫ ਆਦਮੀ ਖੜਾ ਹੁੰਦਾ ਉਹਨੂੰ ਪਤਾ ਹੀ ਕਹੂਗਾ ਕਾਟ ਦੂੰ, ਤੇ ਉਹ ਮੇਰੇ ਵਰਗਾ ਐਵੇਂ ਮੁੰਡੀ ਹਿਲਾਉਂਦਾ ਵੀ ਹਾਂ, ਤੇ ਉਹਨੇ ਕੱਟਣਾ ਹੁੰਦਾ ਹੀ ਆ। ਉਹ ਬੱਕਰਾ ਕੱਟ ਦਿੰਦਾ ਤੇ ਅੱਧਾ ਪਾਪ ਉਹਨੂੰ ਲੱਗ ਜਾਂਦਾ। ਚਲੋ ਉਦੋਂ ਤਾਂ ਸੁਣ ਲਓ, ਅੱਧਾ ਪਾਪ ਉਹਨੂੰ ਲੱਗ ਜਾਂਦਾ। ਅਸੀਂ ਤਾਂ ਉਹ ਅੱਧਾ ਪਾਪ ਲਿਆ ਹੋਇਆ ਬੀਜੇਪੀ ਨੇ। ਉਹ ਪਾਪ ਦਾ ਭੁਗਤਾਨ ਅਸੀਂ ਕਰਨਾ, ਉਹ ਅਸੀਂ ਕਰਨ ਵਾਸਤੇ ਇਸ ਵੇਲੇ ਪ੍ਰਾਸ਼ਚਿਤ ਕਰਨ ਲਈ ਤਿਆਰ ਹਾਂ। ਮਤਲਬ 2022 ਦੇ ਵਿੱਚ ਤੁਸੀਂ ਸਾਰੀਆਂ ਸੀਟਾਂ ਉੱਤੇ ਚੋਣਾਂ ਲੜੋਗੇ? ਬਿਲਕੁਲ ਲੜਾਂਗੇ, ਕਿਉਂ ਨਹੀਂ ਲੜਾਂਗੇ। ਕਿੰਨੀਆਂ ਜਿੱਤੋਗੇ ਇਹ ਤਾਂ ਕੋਈ ਜੋਤਸ਼ੀ ਦੱਸ ਸਕਦਾ। ਸਰਕਾਰ ਬਣਾ ਸਕਦੇ ਪੰਜਾਬ ਵਿੱਚ? ਮੇਰੀ ਗੱਲ ਤਾਂ ਸੁਣ ਲਓ ਜੀ। ਇਹ ਕੋਈ ਜੋਤਸ਼ੀ ਦੱਸ ਸਕਦਾ, ਮੈਂ ਜੋਤਸ਼ੀ ਨਹੀਂ ਹੈਗਾ। ਜਿਹੜੇ ਲੋਕ ਬੋਲਦੇ ਇੰਨੀਆਂ ਜਿੱਤਾਂਗੇ ਉਹ ਜੋਤਸ਼ੀ ਹੋਣਗੇ, ਉਹਨੂੰ ਤਾਂ ਪੁੱਛਿਓ। ਮੈਂ ਨਹੀਂ ਦੱਸ ਸਕਦਾ। ਪਰ ਅਸੀਂ ਬਹੁਤ ਬੜਾ ਰਾਜਨੀਤਿਕ ਜਿਹੜਾ ਹੈਗਾ ਉਭਾਰ ਲੈ ਕੇ ਆਵਾਂਗੇ ਪੰਜਾਬ ਦੇ ਅੰਦਰ। ਔਰ ਅਸੀਂ ਪ੍ਰਮੁੱਖ ਹਸਤੀ ਹੋਵਾਂਗੇ ਪੰਜਾਬ ਦੀ, ਭਾਰਤੀ ਜਨਤਾ ਪਾਰਟੀ। ਔਰ ਲੋਕ ਸਾਨੂੰ ਸਵੀਕਾਰ ਕਰਨਗੇ। ਗਰੇਵਾਲ ਸਾਹਿਬ, ਜੋ ਸਥਾਨਕ ਚੋਣਾਂ ਦੇ ਵਿੱਚ ਬੀਜੇਪੀ ਦਾ ਹਸ਼ਰ ਹੋਇਆ, ਉਹ ਹਸ਼ਰ ਦੇਖ ਕੇ ਲੱਗਦਾ ਕਿ 2022 ਚ ਤੁਹਾਨੂੰ ਵੋਟਾਂ ਪੈਣਗੀਆਂ? ਉਹ ਸਥਾਨਕ ਚੋਣਾਂ ਜਿਹੜੀਆਂ ਨਿਰਪੱਖ ਸੀ, 2022 ਚ ਨਿਰਪੱਖ ਹੋਣਗੀਆਂ। ਲਓ, ਉਸ ਵੇਲੇ ਤਾਂ ਆਰਮੀ ਤੇ ਉਹ ਲੱਗੀ ਹੋਣੀ ਹੈ, CRPF ਤੇ BSF। ਉਸ ਵੇਲੇ ਪੱਤਾ ਨਹੀਂ ਹਿਲਾ ਸਕਦਾ ਕੈਪਟਨ ਅਮਰਿੰਦਰ ਸਿੰਘ। ਹਿਲਾ ਲਿਆ ਬੰਗਾਲ 'ਚ, ਰੋਜ਼ ਮਮਤਾ ਰੋਂਦੀ ਹੈ ਨਾ, ਹਿਲਾ ਲਿਆ ਪੱਤਾ। ਤੇ ਇਸੇ ਤਰ੍ਹਾਂ ਇੱਥੇ ਵੀ ਨਹੀਂ ਹਿਲਾ ਸਕਦਾ। ਇੱਥੇ ਇਹ ਗੁੰਡਾਗਰਦੀ ਕਰ ਗਏ ਇਹਦੇ 'ਚ, ਇਹਨਾਂ ਚੋਣਾਂ 'ਚ। ਵੈਸੇ ਗਰੇਵਾਲ ਸਾਹਿਬ, ਜਿੱਦਾਂ ਤੁਸੀਂ ਖੁੱਲ੍ਹ ਕੇ ਕਹਿ ਰਹੇ ਹੋ ਕਿ ਤੁਸੀਂ ਆਰਐਸਐਸ ਦੀ ਵਿਚਾਰਧਾਰਾ ਨਾਲ ਜੁੜੇ ਹੋ, ਪੰਜਾਬੀ ਆਰਐਸਐਸ ਦੀ ਵਿਚਾਰਧਾਰਾ ਨੂੰ ਪਸੰਦ ਨਹੀਂ ਕਰਦੇ। ਆਪਾਂ ਨੌਵੇਂ ਪਾਤਸ਼ਾਹ ਦੀ ਗੱਲ ਕਰੀਏ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਉਹਨਾਂ ਦੇ ਕੋਲੇ ਤੇ ਹਿੰਦੂ ਧਰਮ ਦੇ ਲੋਕ ਆਏ ਸੀ ਕਿ ਸਾਡਾ ਧਰਮ ਬਚਾਓ, ਸਾਨੂੰ ਬਚਾਓ ਤੁਸੀਂ। ਉਸ ਵੇਲੇ ਸਾਡੇ ਗੁਰੂਆਂ ਨੇ ਜੋ ਮਦਦ ਕੀਤੀ ਹੈ ਸਭ ਨੂੰ ਪਤਾ ਹੈਗਾ ਨਾ। ਤੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਭਾਰਤ ਨੂੰ, ਕਿ ਹਿੰਦੂ ਰਾਸ਼ਟਰ ਬਣਾਉਣਾ ਹੈ। ਕਹਿੰਦੇ ਕਿ ਸਿੱਖ ਵੀ ਸਾਡੇ ਹੈਗੇ ਨੇ, ਇਹਦੇ ਵਿੱਚੋਂ ਨਿਕਲੇ ਨੇ। ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਪੰਜਾਬ ਦੇ ਵਿੱਚ ਤੁਹਾਨੂੰ ਲੋਕ ਵੋਟਾਂ ਪਾਉਣਗੇ? ਨਹੀਂ, ਤੁਸੀਂ ਗਲਤ ਗੱਲ ਕਰਦੇ ਹੋ। ਹਿੰਦੂ ਰਾਸ਼ਟਰ ਦੀ ਜਿਹੜੀ ਪਰਿਭਾਸ਼ਾ ਹੈਗੀ ਆ ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਦੱਸੀ। ਕੰਸਟੀਟਿਊਸ਼ਨਲ ਅਥਾਰਟੀ ਹੈ ਸੁਪਰੀਮ ਕੋਰਟ ਆਫ ਇੰਡੀਆ। ਉਹਨਾਂ ਨੇ ਉਹਦੀ ਪਰਿਭਾਸ਼ਾ ਕੀ ਦੱਸੀ ਹੈ ਕਿ ਹਿੰਦੂ ਇੱਕ ਇੱਥੇ ਜੀਵਨ ਜੀਣ ਦੀ ਪੱਧਤੀ ਆ, ਇੱਥੋਂ ਦਾ ਕਲਚਰ ਆ, ਤੇ ਜਿਹੜਾ ਉਹਦੇ 'ਚ ਵਿਸ਼ਵਾਸ ਰੱਖਦਾ ਉਹਦੇ ਜੰਮਦਾ ਪਲਦਾ, ਚਾਹੇ ਉਹ ਮੁਸਲਮਾਨ ਆ, ਤੇ ਉਹ ਹਿੰਦੂ ਕਲਚਰ ਦੇ ਵਿੱਚ ਆ ਜਾਂਦਾ। ਉਸੇ ਕਲਚਰ 'ਚ ਉਹ ਕੋਈ ਹਿੰਦੂ ਧਰਮ ਦੀ ਗੱਲ ਨਹੀਂ ਹੈ, ਕਿਸੇ ਧਰਮ ਦੀ ਗੱਲ ਨਹੀਂ ਹੈ। ਜਦੋਂ ਅਸੀਂ, ਤੁਹਾਨੂੰ ਪਤਾ ਕਿ ਜਦੋਂ ਇੱਥੋਂ ਜਾਈਦਾ ਇੱਧਰ ਸਾਊਥ ਈਸਟ ਏਸ਼ੀਆ 'ਚ, ਉਜ਼ਬੇਕਿਸਤਾਨ, ਤਜ਼ਾਕਿਸਤਾਨ ਜਾਂ ਬਾਕੀ ਕੰਟਰੀਜ਼ ਨੇ ਜਿਹੜੇ ਇਹਦੇ ਜਾਈਦਾ, ਤਾਂ ਕੀ ਹੁੰਦਾ? ਉਹ ਇਹ ਕਹਿੰਦੇ ਆ ਕਿ ਜੇ ਮੁਸਲਮਾਨ ਵੀ ਚਲੇ ਜਾਵੇ ਨਾ, ਉਹ ਕਹਿੰਦੇ ਆ ਹਿੰਦੂ ਹੈ, ਹਿੰਦੂ ਹੈ, ਉਹ ਹਿੰਦੂ ਹੋ ਜਾਂਦਾ।
ਉਹ ਹਿੰਦੂ ਇੱਥੋਂ ਦਾ ਕਲਚਰ ਹੈ, ਇਸ ਕਰਕੇ ਕਹਿੰਦੇ ਆ। ਤੇ ਇਸ ਚੀਜ਼ ਨੂੰ ਇਹ ਕਹਿਣਾ ਕਿ ਇਹ ਆਰਐਸਐਸ ਇਸ ਤਰ੍ਹਾਂ ਦੀ ਵਿਚਾਰਧਾਰਾ ਫੈਲਾ ਰਹੀ ਹੈ, ਆਰਐਸਐਸ ਜਿਹੜੀ ਹੈ ਉਹ ਵਿਅਕਤੀ ਨਿਰਮਾਣ ਦਾ ਕੰਮ ਕਰਦੀ ਤੁਸੀਂ ਸਿੱਖ ਕਹਾਉਣਾ ਪਸੰਦ ਕਰੋਗੇ ਜਾਂ ਹਿੰਦੂ ਕਹਾਉਣਾ ਪਸੰਦ ਕਰੋਗੇ? ਕੀ ਸੋਚਦੇ ਤੁਸੀਂ ਕਿ ਤੁਸੀਂ ਬਾਹਰ ਜਾਓ ਤੁਹਾਨੂੰ ਕੀ ਲੋਕ ਕਹਿਣ, ਹਿੰਦੂ ਕਹਿਣ ਜਾਂ ਕਹਿਣ ਕਿ ਇਹ ਸਿੱਖ ਹੈ? ਨਹੀਂ, ਆਰਐਸਐਸ ਨੇ ਕੀ ਕਿਹਾ? ਸਾਡੇ ਸ਼ਰਦੇ ਸੁਦਰਸ਼ਨ ਜੀ ਪਰਮ ਪੂਜਨੀय ਸਰਸੰਘ ਚਾਲਕ ਸੀ, ਉਸ ਵੇਲੇ ਆਰਐਸਐਸ ਨੇ ਅਨਾਉਂਸ ਘੋਸ਼ਣਾ ਕੀਤੀ ਸੀ ਕਿ ਸਿੱਖ ਇੱਕ ਵੱਖਰੀ ਕੌਮ, ਅਸੀਂ ਇਸ ਨੂੰ ਰਿਕੋਗਨਾਈਜ਼ ਕਰਦੇ ਹਾਂ। ਠੀਕ ਹੈ, ਉਹਦੀ ਜ਼ਰੂਰਤ ਨਹੀਂ ਸੀ ਰਿਕੋਗਨਾਈਜ਼ ਕਰਨ ਦੀ, ਪਰ ਉਸ ਵੇਲੇ ਕਿਉਂਕਿ ਲੋਕ ਆਹੀ ਭਰਮ ਭੁਲੇਖੇ ਫੈਲਾਉਂਦੇ ਸੀ ਕਿ ਆਰਐਸਐਸ ਸਾਡੀ ਹੋਂਦ ਨੂੰ ਖਤਮ ਕਰਦੀ ਹੈ, ਜਿੱਦਾਂ ਅੱਜ ਆ ਖੇਤੀ ਕਾਨੂੰਨਾਂ ਦਾ ਕਹਿੰਦੇ ਹੋਂਦ ਨੂੰ ਖਤਮ ਕਰਦੀ ਹੈ। ਉਹਨਾਂ ਨੂੰ ਪੁੱਛੋ ਕਿ ਹੋਂਦ ਪਹਿਲਾਂ ਕਿੱਥੇ ਆ? ਅੱਜ ਜਿਨ੍ਹਾਂ ਨੇ ਨਸ਼ੇ ਫੈਲਾਏ ਉਹਨਾਂ ਨੇ ਹੋਂਦ ਖਤਮ ਕੀਤੀ ਹੈ ਸਾਡੀ, ਹੈ, ਉਹਨਾਂ ਦੀ ਤਾਂ ਗੱਲ ਨਹੀਂ ਕਰਦੇ। ਤੇ ਇਸ ਕਰਕੇ ਆਰਐਸਐਸ ਨੇ ਤਾਂ ਪਹਿਲਾਂ ਹੀ ਘੋਸ਼ਣਾ ਕੀਤੀ ਹੋਈ ਹੈ ਕਿ ਸਿੱਖ ਇੱਕ ਵੱਖਰੀ ਕੌਮ ਆ। ਸਿੱਖ ਇੱਕ ਵੱਖਰੀ ਕੌਮ ਤੁਸੀਂ ਮੰਨਦੇ ਹੋ, ਠੀਕ ਹੈ। ਸੋ ਰਾਜਨਾਥ ਸਿੰਘ ਦੀ ਗੱਲ ਕਰੀਏ, ਖੇਤੀ ਮੰਤਰੀ ਵੀ ਰਹੇ ਹੈਗੇ ਨਾ, ਉਹਨਾਂ ਨੇ ਖੁਦ ਕੈਮਰੇ ਮੀਡੀਆ ਅੱਗੇ ਆ ਕੇ ਗੱਲ ਕਹੀ ਕਿ ਸਿੱਖਾਂ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਇਹ ਗੱਲ ਗਲਤ ਹੈਗੀ ਹੈ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਿੱਖ ਸਾਡੇ ਭਰਾ ਹੈਗੇ ਨੇ, ਉਹ ਅੱਤਵਾਦੀ ਨਹੀਂ। ਪਰ ਇਸ ਦੇ ਬਾਵਜੂਦ ਬੀਜੇਪੀ ਦੇ ਕਈ ਨੇਤਾ ਹਾਲੇ ਵੀ ਸਟੇਟਮੈਂਟਾਂ ਦਿੰਦੇ ਨੇ ਕਿ ਜਿਹੜੇ ਦਿੱਲੀ ਦੇ ਬਰੂਹਾਂ ਉੱਤੇ ਬੈਠੇ ਨੇ ਇਹ ਅੱਤਵਾਦੀ ਨੇ, ਮਾਓਵਾਦੀ ਨੇ, ਟੈਰਰਿਸਟ ਨੇ। ਨਹੀਂ, ਤੁਸੀਂ ਉਸ ਗੱਲ ਨੂੰ ਗਲਤ ਤਰੀਕੇ ਨਾਲ ਨਾ ਲੋਕਾਂ ਨੂੰ ਦੱਸੋ। ਨਹੀਂ, ਅਸੀਂ ਮੈਂ ਦੱਸਦਾ ਬੀਜੇਪੀ ਕੀ ਕਹਿੰਦੀ ਹੈ, ਮੈਂ ਦੱਸਦਾ ਨਾ ਬੀਜੇਪੀ ਕੀ ਕਹਿੰਦੀ ਹੈ। ਜੀ, ਬੀਜੇਪੀ ਕਹਿੰਦੀ ਹੈ ਕਿ ਉਹ ਜਿਹੜੇ ਬੈਠੇ ਆ ਕਿਸਾਨ, ਉਹ ਅਸਲੀ ਕਿਸਾਨ ਨੇ, ਉਹ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਗਏ ਨੇ। ਹਾਲਾਂਕਿ ਜ਼ਮੀਨ ਤੇ ਕਬਜ਼ਾ ਕੋਈ ਨਹੀਂ, ਉਹਨਾਂ ਨੂੰ ਗਲਤ ਭਰਮਾਤਾ ਇਹਨਾਂ ਨੇ। ਇਹ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਅਸੀਂ, ਜਿਹੜੇ ਮਾਓਵਾਦੀ ਕਹਿੰਦੇ ਆ ਜਾਂ ਕਮਿਊਨਿਸਟ ਕਹਿੰਦੇ ਆ, ਉਹ ਕਿਸਾਨ ਲੀਡਰ ਨੇ, ਉਹ ਕਿਸਾਨ ਨਹੀਂ ਹੈਗੇ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਕੀ ਵਿਚਾਰਧਾਰਾ, ਕੀ ਕਹਾਣੀ ਹੈ, ਕੀ ਕਰਨ ਲੱਗੇ ਹੋਏ ਆ। ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ। ਫਿਰ ਉਹਨਾਂ ਨੂੰ ਹੱਥ ਜੋੜ ਕੇ ਅਮਿਤ ਸ਼ਾਹ ਜੀ ਨੇ ਕਿਹਾ ਕਿ ਭਾਈ ਹੁਣ ਤਾਂ ਇਹਨਾਂ ਨੂੰ ਘਰਾਂ ਨੂੰ ਲੈ ਜਾਓ, ਇਹ ਅੰਦੋਲਨ ਖਤਮ ਕਰੋ। ਉਹਨਾਂ ਨੇ ਕਿਹਾ ਇਹ ਨਹੀਂ ਅਸੀਂ ਖਤਮ ਕਰਨਾ, ਤੁਸੀਂ ਅੱਜ ਇਹ ਕਾਨੂੰਨ ਵੀ ਵਾਪਸ ਲੈ ਲਓ। ਜੇ ਅੰਦੋਲਨ ਖਤਮ ਕਰਨ ਦੇ ਮੈਨੂੰ ਪੁੱਛ ਲਿਓ। ਇਹਨਾਂ ਨੇ ਸਿਆਸੀ ਪਾਰਟੀ ਬਣਾਉਣੀ ਹੈ, ਚੁਣਾਵ ਲੜਨਾ, ਇਹਨਾਂ ਦੀ ਮਨਸ਼ਾ ਹੀ ਹੋਰ ਆ। ਇਹ ਤਾਂ ਕਈ ਮੁੱਖ ਮੰਤਰੀ ਦੇ ਸੁਪਨੇ ਲਈ ਜਾਂਦੇ ਆ ਬੈਠੇ। ਰਾਜੇਵਾਲ ਦੀ ਮੈਂ ਬੜੀ ਇੱਜ਼ਤ ਕਰਦਾ ਸੀ। ਜੀ ਜੀ, ਨਹੀਂ ਮਤਲਬ ਤੁਸੀਂ ਸਿਆਸੀ ਪਾਰਟੀ ਨਹੀਂ ਬਣ ਦੇਣਾ ਚਾਹੁੰਦੇ, ਇਸੇ ਕਰਕੇ ਕਾਨੂੰਨ ਟਾਲੇ ਹੋਏ ਨੇ? ਉਹ ਨਹੀਂ ਭਾਈ, ਨਹੀਂ, ਅਸੀਂ ਤਾਂ ਕਹਿੰਦੇ ਬਣਾਓ, ਚੁਣਾਵ ਲੜੋ, ਸਾਨੂੰ ਤਾਂ ਹੋਰ ਫਾਇਦਾ। ਪਰ ਗਰੇਵਾਲ ਸਾਹਿਬ ਤੁਸੀਂ ਦੇਖੋ, ਜਿਨ੍ਹਾਂ ਨੇ ਵਾਰ-ਵਾਰ ਇੱਕ ਗੱਲ ਕਹਿ ਰਹੇ ਨੇ, ਦੁਹਰਾ ਰਹੇ ਨੇ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਗੈਰ ਸੰਵਿਧਾਨਕ ਹੈਗੇ ਨੇ, ਤੇ ਜਦੋਂ ਗੈਰ ਸੰਵਿਧਾਨਕ ਕਾਨੂੰਨ ਥੋਪੇ ਜਾਣਗੇ ਤਾਂ ਉਹ ਪ੍ਰੋਟੈਸਟ ਤਾਂ ਕਰਨਗੇ ਨਾ। ਅਰੇ ਭਾਈ, ਉਹ ਜਿਹੜੇ ਸੂਝਵਾਨ ਬੰਦੇ ਕਹਿੰਦੇ ਆ, ਉਹਨਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰੋ ਕਿ ਸੁਪਰੀਮ ਕੋਰਟ ਆਫ ਇੰਡੀਆ ਜੇ ਗੈਰ ਸੰਵਿਧਾਨਕ ਗੱਲ ਆ ਬੈਠੀ ਹੈ, ਤੁਸੀਂ ਸੁਪਰੀਮ ਕੋਰਟ ਤੋਂ ਆਰਡਰ ਲੈ ਆਓ ਤੇ ਸਰਕਾਰ ਉਹਦੇ ਹੁਕਮਾਂ ਨੂੰ ਮੰਨਦੀ ਹੈ। ਠੀਕ ਹੈ ਗੱਲ। ਪਰ ਸੁਪਰੀਮ ਕੋਰਟ ਤੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ, ਉਹ ਕਹਿੰਦੇ ਵਿਸ਼ਵਾਸ ਹੈ ਸੁਪਰੀਮ ਕੋਰਟ। ਫਿਰ ਤਾਂ ਹਿੰਦੁਸਤਾਨ ਤੋਂ ਹੀ ਵਿਸ਼ਵਾਸ ਉਠਾ ਦਿਓ ਉਹਨਾਂ ਦਾ। ਇਹ ਮਾਓਵਾਦੀ ਤੇ ਜਿਹੜੇ ਆਤੰਕਵਾਦੀ ਨੇ ਇਹ ਕੰਮ ਕਰਦੇ ਆ। ਪਰ ਸੁਪਰੀਮ ਕੋਰਟ ਇਹ ਉਹਨਾਂ ਦਾ ਕੰਮ। ਤੁਹਾਡੀ ਜਦੋਂ ਸਰਕਾਰ ਸੀ, 4 ਜੱਜ ਬਾਹਰ ਸੀਨੀਅਰ ਬੈਠੇ, ਕਹਿੰਦੇ ਸਭ ਕੁਝ ਸੁਪਰੀਮ ਕੋਰਟ ਵਿੱਚ ਸਹੀ ਨਹੀਂ ਚੱਲ ਰਿਹਾਗਾ, ਅੱਜ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ। ਇਹ ਤੁਹਾਡੀ ਸਰਕਾਰ ਵੇਲੇ ਹੋਇਆ ਨਾ ਸਭ ਕੁਝ? ਕੁਝ ਨਹੀਂ ਹੋਇਆ ਸਾਡੀ ਸਰਕਾਰ ਵੇਲੇ। ਉਹ ਜਿਹੜੇ ਜਦੋਂ ਜਾਣ ਲੱਗਦੇ ਆ ਨਾ, ਜੀ ਜੀ, ਤੇ ਫਿਰ ਉਹਨਾਂ ਨੂੰ ਜੇ ਕੁਝ ਨਾ ਬਣਾਓ ਤੇ ਸਰਕਾਰਾਂ ਉਹ ਨਾ ਕਰਨ। ਪਰ ਗਰੇਵਾਲ ਸਾਹਿਬ ਤੁਸੀਂ ਵੀ ਇੱਕ ਸੀਨੀਅਰ ਸਿਆਸੀ ਤਜਰਬੇਕਾਰ ਹੈਗੇ ਹੋ, ਜਦੋਂ ਪਤਾ ਲੱਗ ਗਿਆ ਕਿ ਇਹ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ, ਕਿਉਂਕਿ ਖੇਤੀਬਾੜੀ ਬਾਰੇ ਸਟੇਟਾਂ ਦੇ ਕੋਲ ਅਧਿਕਾਰ ਹੁੰਦਾ ਹੈ ਕਾਨੂੰਨ ਬਣਾਉਣੇ, ਤੇ ਇਹ ਖੇਤੀਬਾੜੀ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ। ਨਹੀਂ ਤੁਸੀਂ ਇਹਨਾਂ ਤਾਂ ਜਾਣਦੇ ਹੋ ਨਾ ਕਿ ਇਹ ਜਿਹੜਾ ਫੂਡ ਸਟਫ ਵਿੱਚ ਤੁਸੀਂ ਕਾਨੂੰਨ ਲੈ ਕੇ ਆਏ ਹੋ, ਫੂਡ ਸਟਫ ਜਿਹੜਾ ਹੈਗਾ ਉਹ ਅਲੱਗ ਮਸਲਾ ਹੈਗਾ, ਲੇਕਿਨ ਖੇਤੀਬਾੜੀ ਦੇ ਉੱਤੇ ਕਾਨੂੰਨ ਜੇ ਆਪਾਂ ਲਾਉਂਦੇ, ਤੁਹਾਨੂੰ ਵੀ ਪਤਾ ਕਿ ਇਹ ਤਾਂ ਸਟੇਟ ਦਾ ਅਧਿਕਾਰ ਸੀਗਾ, ਲੇਕਿਨ ਸੈਂਟਰ ਖੋਣੀ ਜੇ ਅਧਿਕਾਰ ਦਾ ਸੁਪਰੀਮ ਕੋਰਟ ਜਾਓ ਨਾ, ਕੋਈ ਵੀ ਪੀਆਈ ਪਾ ਦਿਓ, ਕੋਈ ਵੀ ਕੇਸ ਕਰ ਦਿਓ, ਤੇ ਉਹ ਆਪਣਾ ਫੈਸਲਾ ਦੇ ਦੂਗੀ ਵੀ ਇਹ ਸੰਵਿਧਾਨ ਤੋਂ ਬਾਹਰ ਗਏ ਆ। ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣਾਈ ਸੀ ਉਹ ਤਾਂ ਕਿਸਾਨ ਤਾਂ ਉਹਦੇ ਵਿੱਚ ਵੀ ਸ਼ਾਮਲ ਨਹੀਂ ਹੋਏ, ਕਹਿੰਦੇ ਸਾਨੂੰ ਭਰੋਸਾ ਹੀ ਨਹੀਂ ਗਾ ਨਾ। ਹੁਣ ਇਹਨਾਂ ਦਾ ਦੇਸ਼ ਦੇ ਸੰਵਿਧਾਨ 'ਚ ਵੀ ਵਿਸ਼ਵਾਸ ਨਹੀਂ ਹੈ। ਜਿਹੜੇ ਇਹ ਬੰਦੇ ਆ, ਇਹ ਕਿਸਾਨਾਂ ਦੀ ਗੱਲ ਨਾ ਕਰੋ, ਇਹ ਕਿਸਾਨ ਨਹੀਂ ਹੈਗੇ, ਨਾ 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 ਨਾ। ਇਹ ਕਿਸਾਨਾਂ ਦੇ ਨਾਂ ਤੇ ਆਪਣੇ ਰਾਜਨੀਤਿਕ ਹਿੱਤ ਸਾਧਦੇ ਆ, ਆਪਣੇ ਹਿੱਤ ਸਾਧ ਰਹੇ ਹੈ। ਗਰੇਵਾਲ ਸਾਹਿਬ, ਇੱਕ ਜਦੋਂ ਇਹਨਾਂ ਆਪਣੇ ਦੇਸ਼ ਦੇ ਵਿੱਚ ਜਿਹੜੀ ਆਵਾਜ਼ ਉੱਠ ਰਹੀ ਹੈ, ਕਹਿੰਦੇ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਸਿਆਸੀ ਦਬਾਅ ਹੇਠ ਹੈਗਾ। ਵਾਹ ਵਾਹ। ਜਿਹੜੀ ਨਿਆਂ ਪ੍ਰਣਾਲੀ ਹੈਗੀ ਹੈ ਉਹ ਇਸ ਵੇਲੇ ਸਿਆਸੀ ਦਬਾਅ ਹੇਠ ਹੈ। ਜਿਹੜੀਆਂ ਆਜ਼ਾਦ ਏਜੰਸੀਆਂ ਹੈਗੀਆਂ ਨੇ ਉਹ ਇਸ ਵੇਲੇ ਸਿਆਸੀ ਦਬਾਅ ਹੇਠ ਨੇ। ਜਦੋਂ ਕਹਿੰਦੇ ਕੇਂਦਰ ਚਾਹੁੰਦਾ ਹੈ ਸੀਬੀਆਈ ਨੂੰ, ਕਦੇ ਮਮਤਾ ਦੇ ਪਿੱਛੇ ਲਾਤਾ, ਕਦੇ ਉਹ ਮਾਇਆਵਤੀ ਦੇ ਪਿੱਛੇ ਲਾਤਾ, ਕਦੇ ਇਧਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮਗਰ ਵੀ ਲਾਉਣ ਨੂੰ ਫਿਰਦੇ ਨੇ। ਇਹ ਤਾਂ ਤੁਸੀਂ ਮੰਨਦੇ ਹੋ ਕਿ ਅੱਜ ਜਿਹੜੀ ਏਜੰਸੀਆਂ ਹੈਗੀਆਂ ਨੇ ਇਹ ਸਿਆਸੀ ਦਬਾਅ ਦੇ ਹੇਠ ਹੈ ਜਾਂ ਨਹੀਂ ਹੈਗੀਆਂ? ਬਿਲਕੁਲ ਨਹੀਂ ਹੈ। ਇਹ ਝੂਠ ਤੂਫਾਨ ਦਾ ਜਿਹੜਾ ਹੈ ਨਾ ਕੰਮ, ਇਹ ਉਹ ਲੋਕ ਕਰਦੇ ਆ ਜਿਹੜੇ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਇਸ ਦੇਸ਼ ਦੇ ਸੰਵਿਧਾਨ 'ਚ ਜਿਨ੍ਹਾਂ ਦਾ ਵਿਸ਼ਵਾਸ ਨਹੀਂ, ਜਿਹੜੇ ਇਸ ਦੇਸ਼ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ, ਉਹ ਕਰਦੇ ਆ। ਉਹਨਾਂ ਨੂੰ ਹੀ ਮੈਂ ਕਹਿਣਾ, ਇਹ ਕਿਸਾਨਾਂ ਦੀ ਗੱਲ ਨਾ ਕਰੋ। ਕਿਸਾਨਾਂ ਨੂੰ ਸਾਰਿਆਂ ਨੂੰ ਜਦੋਂ ਤੁਸੀਂ ਸ਼ਾਮਲ ਕਰ ਲੈਂਦੇ ਹੋ ਫਿਰ ਗਲਤ ਕਰਦੇ ਹੋ। ਪਰ ਲੱਖਾਂ ਕਿਸਾਨ ਦਿੱਲੀ ਦੇ ਬਰੂਹਾਂ ਉੱਤੇ ਬੈਠੇ ਨੇ, ਲੱਖਾਂ ਦੀ ਗਿਣਤੀ। ਅਰੇ ਬਾਈ, ਫਿਰ ਤੁਸੀਂ ਕਹੋਗੇ ਜੀ ਜੀ
ਦੇਸ਼ 'ਚ ਕਿੰਨੇ ਕਿਸਾਨ ਸੰਗਠਨ 800 ਆ ਨਾ, ਤੇ ਅੰਦੋਲਨ ਕਿੰਨੇ ਕਰ ਰਹੇ ਆ? ਜੀ ਜੀ 40 ਕਰ ਰਹੇ ਆ ਨਾ, ਇਸ ਤੋਂ ਜ਼ਿਆਦਾ ਤਾਂ ਨਹੀਂ ਹੈ। ਤੇ ਦੇਸ਼ ਦੇ ਅੰਦਰ ਕਿਸਾਨ ਕਿੰਨਾ ਹੈਗਾ ਖੇਤੀ ਦੇ ਧੰਦੇ ਨਾਲ ਸਿੱਧਾ ਜੁੜਿਆ, ਜਿਹੜਾ ਟਰੈਕਟਰ ਤੇ ਹਲ ਚਲਾਉਂਦਾ 24 ਕਰੋੜ, ਤੇ 60% ਆਬਾਦੀ ਖੇਤੀ ਤੇ ਬੇਸ ਕਰਦੀ ਹੈ, ਅਗਰੇਰੀਅਨ ਬੇਸਡ ਇਕਨੋਮੀ ਹੈ ਇਸ ਦੇਸ਼ ਦੀ। ਇਹ ਜਿਹੜੇ ਅੰਦੋਲਨਕਾਰੀ ਨੇ ਇਹ ਕਿੰਨੇ ਨੇ ਇਹ ਦੇਖ ਲਓ। ਪਰ ਉਹੀ ਤਾਂ ਰੋ ਰਹੇ ਨੇ। ਉਹ ਕਹਿੰਦੇ ਕਿ ਜਿਹੜੇ ਸੂਬੇ, ਤੁਸੀਂ ਮੱਧ ਪ੍ਰਦੇਸ਼ ਦੀ ਗੱਲ ਕਰੀ, ਬਿਹਾਰ ਦੀ ਗੱਲ ਕਰੀਏ, ਉਹ ਕਹਿੰਦੇ ਉੱਥੇ MSP ਪਹਿਲੇ ਨਹੀਂ ਮਿਲਦੀ। ਅੱਜ ਇਹ ਹਕੀਕਤ ਮੈਂ ਖਬਰਾਂ ਪਿੱਛੇ ਕਵਰੇਜ ਕੀਤੀਆਂ, ਇੱਥੇ ਰੋਪੜ ਦੇ ਕੋਲੋਂ, ਕੁਰਾਲੀ ਦੇ ਕੋਲੋਂ ਜਿਹੜੀ ਬਾਹਰ ਮੱਧ ਪ੍ਰਦੇਸ਼ ਤੋਂ ਕਣਕ ਆਈ ਹੈ ਉਹ ਉੱਥੋਂ ਦੀ 976 ਰੁਪਏ ਕੁਛ ਆਈ ਹੈ, ਇੱਥੇ ਆ ਕੇ ਬਲੈਕ ਵਿਕਦੀ ਪਈ ਹੈ। ਇੱਥੇ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਰੋਲ ਰਹੇ ਨੇ ਇਸ ਵੇਲੇ। ਤੁਸੀਂ ਜੇ MSP ਕਾਨੂੰਨ ਬਣਾਈ ਦਿੰਦੇ ਹੋ। ਕੋਈ ਨਹੀਂ ਰੋਲ ਰਿਹਾ, ਸਾਡਾ ਕਾਨੂੰਨ ਅਸੀਂ ਡਾਇਰੈਕਟ ਪੇਮੈਂਟ ਕੀਤੀ ਹੈ, ਪਰ ਮੈਂ ਮੰਡੀਆਂ ਜਾ ਕੇ ਗਰੇਵਾਲ ਸਾਹਿਬ ਕਿਸਾਨ ਰੋ ਰਹੇ ਨੇ। ਅੱਜ ਕਿਸਾਨ ਸੁਖੀ ਆ, ਜਿਹੜੇ ਕਹਿੰਦੇ ਆ 25% ਕਿਸਾਨ ਮੋਦੀ ਜੀ ਦੀ ਜਿੰਦਾਬਾਦ ਕਰਨ ਲੱਗ ਗਏ ਇੱਥੇ। ਉਸ ਤੋਂ ਬਾਅਦ ਜਿਹੜੀ ਡਾਇਰੈਕਟ ਪੇਮੈਂਟ ਗਈ ਹੈ, ਕਹਿੰਦੇ ਸਾਨੂੰ ਤਾਂ ਇੰਨਾ ਪੈਸਾ ਹੀ ਨਹੀਂ ਸੀ ਕਦੇ ਸਿੱਧਾ ਮਿਲਿਆ, ਆੜਤੀਆ ਹੌਲੀ ਹੌਲੀ ਦਿੰਦਾ ਸੀ, ਕੋਈ ਘੱਟ ਨਹੀਂ। ਪਰ ਹਾਲੇ ਕਿਸਾਨਾਂ ਦੇ ਪੈਸੇ ਆਏ ਨਹੀਂ ਖਾਤਿਆਂ ਵਿੱਚ, ਉਹ ਤਾਂ ਰੋ ਰਹੇ ਨੇ ਮੰਡੀਆਂ 'ਚ। ਆ ਰਹੇ ਸਭ ਦੇ ਆ ਰਹੇ। ਗਰੇਵਾਲ ਸਾਹਿਬ ਮੰਡੀਆਂ ਵਿੱਚ ਮੈਂ ਉਹ ਸਟੇਟ ਗਵਰਨਮੈਂਟ ਨੂੰ ਪੈਸਾ ਦਿੱਤਾ ਹੋਇਆ, ਜੇ ਨਹੀਂ ਆਏ ਤਾਂ ਕੈਪਟਨ ਅਮਰਿੰਦਰ ਨੂੰ ਫੜਨ। ਆੜਤੀਆਂ ਦਾ ਵੀ 150 ਕਰੋੜ ਰੁਪਇਆ ਆਇਆ ਹੋਇਆ ਪਿਆ, ਜੇ ਉਹਨੇ ਨਹੀਂ ਦਿੱਤੇ ਆੜਤੀਆਂ ਨੂੰ ਤਾਂ ਉਹ ਉਹਨੂੰ ਫੜਨ। ਸਟੇਟ ਗਵਰਨਮੈਂਟ ਇਹ ਕੀ ਕਰਦੇ ਕਿ ਡੀਸੈਂਟ ਵੇ ਨਾਲ ਡੌਜ ਕਰਕੇ ਲੋਕਾਂ ਨੂੰ ਇਹ ਦਿਖਾਉਂਦੇ ਵੀ ਕੇਂਦਰ ਆ ਕਰ ਰਿਹਾ। ਕੇਂਦਰ ਤਾਂ ਪੈਸਾ ਦੇ ਹੀ ਬੈਠਾ ਸਾਰਾ, ਤੇ ਪੇਮੈਂਟ ਤਾਂ ਇਹਨਾਂ ਨੇ ਕਰਨੀ ਹੈ, ਹੋਰ ਕੀ ਨਹੀਂ ਕਰਨੀ ਹੈ। ਇਹ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ। ਇਹਨਾਂ ਦਾ ਪਤਾ ਸੀਗਾ ਤੁਹਾਨੂੰ ਖਰੀਦ ਦੀ ਸ਼ੁਰੂ ਹੋਣੀ ਹੈ ਨਾ, ਤੇ 6 ਲੱਖ ਆਪਾਂ ਨੂੰ ਬਾਰਦਾਨੇ ਆਉਂਦੇ ਨੇ ਅੱਗੇ। ਇਸ ਵੇਲੇ ਤੁਸੀਂ ਸਿਰਫ 1.5 ਲੱਖ ਬਾਰਦਾਨਾ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਅਰੇਂਜ, ਅੱਗੋਂ ਪਹਿਲਾਂ ਸੈਂਟਰ ਭੇਜਦਾ ਰਿਹਾ। ਨਹੀਂ, ਕਦੇ ਨਹੀਂ ਭੇਜਿਆ। ਪੇਮੈਂਟ ਸਟੇਟ ਗਵਰਨਮੈਂਟ ਕੋਲ ਆ ਜਾਂਦੀ ਹੈ, ਇਹ ਫਿਰ ਬੁਕਿੰਗ ਕਰਦੇ ਆ ਪਹਿਲਾਂ। ਇਹਨਾਂ ਨੇ ਖਬਰਾਂ ਇਹ ਹੈਗੀਆਂ ਕਿ ਬਾਰਦਾਨਾ ਤਾਂ ਹੈਗਾ ਸੀਗਾ, ਉਹਦੇ ਤੇ ਅਬਾਨੀ ਤੇ ਅਡਾਨੀ ਦੀਆਂ ਤਸਵੀਰਾਂ ਸਨ, ਇਸ ਕਰਕੇ ਬਾਹਰ ਨਹੀਂ ਕੱਢਿਆ ਕਹਿੰਦੇ। ਅਰੇ ਨਹੀਂ ਜੀ ਨਹੀਂ, ਅਬਾਨੀ ਅਡਾਨੀ ਨੇ ਕਿਹੜੇ ਬਾਰਦਾਨੇ ਦੇਣੇ, ਬੋਰੀਆਂ ਵੀ ਵੇਚਣਗੇ ਉਹ। ਕੀ ਗੱਲਾਂ ਕਰਦੇ ਹੋ, ਤੇ ਦੁਨੀਆ ਦੇ ਬੜੇ ਵਪਾਰੀ ਨੇ ਉਹ, ਤੇ ਉਹ ਬੋਰੀਆਂ ਹੀ ਵੇਚਣਗੇ ਇੱਥੇ। ਤੇ ਇਹ ਗੱਲਾਂ ਨੇ ਨਾ ਕਰੋ ਕਿਸਾਨਾਂ ਨੂੰ ਭਰਮਾਉਣ ਲਈ। ਇਹ ਸਭ ਨਹੀਂ ਗਰੇਵਾਲ ਸਾਹਿਬ, ਤਾਂ ਤੁਹਾਡੀ ਵਿਚਾਰ ਜਾਣਨਾ ਮੈਂ ਦੱਸ ਰਿਹਾ ਨਾ, ਕਾਨੂੰਨਾਂ ਦੇ ਵਿੱਚ ਕੀ ਫਾਇਦਾ ਹੋਊਗਾ। ਛੱਡਿਆ ਕਰੋ ਉਹਨਾਂ ਨੂੰ ਵਿੱਚੋਂ, ਤੁਸੀਂ ਕਿਸਾਨ ਨੂੰ ਬਚਾ ਲਓ। ਇਹ ਜਿਹੜਾ ਬਾਰਦਾਨਾ ਸੀ ਇਹ ਇਹਨਾਂ ਨੇ ਅਰੇਂਜ ਕਰਨਾ ਸੀ, ਇਹਨਾਂ ਨੇ ਆਰਡਰ ਦੇਣਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਅਸਲ 'ਚ ਆਪਣੇ ਫਾਰਮ ਹਾਊਸ ਤੇ ਰਹਿੰਦੇ ਆ, ਸਵੇਰੇ 11 ਵਜੇ ਤਾਂ ਉਹ ਉੱਠ ਕੇ ਤਿਆਰ ਹੁੰਦੇ ਆ, ਤੇ ਸ਼ਾਮ ਨੂੰ 4 ਵਜੇ ਉਹਨਾਂ ਦਾ ਦਿਨ ਖਤਮ ਹੋ ਜਾਂਦਾ। ਇਹ ਤਾਂ 24 ਘੰਟੇ ਦੀ ਸਰਵਿਸ ਆ, ਚਾਹੇ ਕੁਝ ਵੀ ਕਹੋ। ਮੋਦੀ ਜੀ, ਬਾਦਲ ਸਾਹਿਬ, ਇਹੋ ਜਿਹੇ ਲੋਕ ਜਿਹੜੇ ਚਲਾਉਂਦੇ ਆ ਦੇਸ਼ ਨੂੰ, ਉਹ ਜਿਹੜੇ ਆ 24 ਘੰਟੇ ਕੰਮ ਕਰਦੇ ਆ, 18 ਘੰਟੇ ਕਰਦੇ ਆ। ਹੁਣ ਮੋਦੀ ਜੀ ਕਦੇ ਸੌਂਦੇ ਆ? ਲੱਗੇ ਰਹਿੰਦੇ 24 ਘੰਟੇ। ਗਰੇਵਾਲ ਸਾਹਿਬ, ਖੈਰ ਤੁਸੀਂ ਮੰਨ ਗਏ ਕਿ ਜਿਹੜੇ ਕਿਸਾਨ ਆਪਣੇ 40 ਸੰਗਠਨ ਕਰ ਰਹੇ ਨੇ ਪ੍ਰੋਟੈਸਟ, ਕਿਸਾਨ ਉਹਨਾਂ ਪਿੱਛੇ ਲੱਗੇ ਹੋਏ ਨੇ। ਜੇ ਪੰਜਾਬ ਤੇ ਹਰਿਆਣਾ ਚਲੋ ਮੰਨ ਲੈਨੇ ਪ੍ਰੋਟੈਸਟ ਕਰਦਾ, ਤੁਹਾਡੀ ਨਜ਼ਰੀਏ ਦੇ ਮੁਤਾਬਕ? ਪੰਜਾਬ ਦੇ 4 ਜ਼ਿਲ੍ਹੇ ਆ ਤੇ ਹਰਿਆਣਾ ਦੇ 2 ਜ਼ਿਲ੍ਹੇ ਆ। ਇੰਨਾ ਹੀ ਅੰਦੋਲਨ ਆ। ਬਾਕੀ ਦੇਸ਼ ਦੇ ਕਿਸਾਨ ਕਹਿੰਦੇ ਆ ਕਾਨੂੰਨ ਬਹੁਤ। ਤੁਹਾਡੇ ਮੁਤਾਬਕ ਦਿੱਲੀ ਦੀ ਬਰੂਹਾਂ ਤੇ ਕਿੰਨੇ ਕੁ ਕਿਸਾਨ ਬੈਠੇ ਹੋਏ ਨੇ? ਬਹੁਤ ਜ਼ਿਆਦਾ ਨਹੀਂ ਹੈਗੇ। ਗਿਣਤੀ ਕਰੇ, ਤੁਸੀਂ ਕਰਿਓ ਆਈਡੀਆ, ਫਿਰ ਵੀ ਕਿੰਨੇ? ਉਹ ਸਾਨੂੰ ਤਾਂ ਹਰ ਰੋਜ਼ ਦੀ ਜਾਣਕਾਰੀ ਰਹਿੰਦੀ ਹੈ। ਆਈਡੀਆ ਫਿਰ ਵੀ ਕਿੰਨੇ ਕੁ ਹੋਣਗੇ? ਇੱਥੇ 1500-1600 ਇੱਧਰ ਬੈਠੇ ਸਿੰਘੂ ਬਾਰਡਰ ਤੇ ਆ। ਹੁਣ ਉਗਰਾਹਾਂ ਲੈ ਗਿਆ 15000। ਪਹਿਲਾਂ ਉੱਥੇ ਗਿਣਤੀ 0 ਹੋ ਗਈ, 700-800 ਹੀ ਰਹਿ ਗਏ ਸੀ। ਇਹ 15000 ਲੈ ਗਿਆ। ਉੱਧਰ ਜਾ ਕੇ ਦੇਖ ਲਓ, ਮੈਂ ਹੁਣੇ ਹੀ ਗਿਆ ਸੀ, ਦੇਖ ਕੇ ਆਇਆ। ਉਹ ਜਿੱਧਰ ਟਕੈਤ ਬੈਠਾ ਹੈਗਾ ਸਾਰਾ ਹੀ ਖਾਲੀ ਪਿਆ। ਸਾਰੇ ਹੀ ਉਦੋਂ 250 ਸੀ, 300 ਦੇ ਕਰੀਬ ਸੀ। ਫਿਰ ਜੇ ਇੰਨੀ ਘੱਟ ਗਿਣਤੀ ਵਿੱਚ ਕਿਸਾਨ ਬੈਠੇ ਹੋਏ ਨੇ, ਤੁਹਾਨੂੰ ਲੱਗਦਾ ਦਿੱਲੀ ਦੀਆਂ ਬਰੂਹਾਂ ਉੱਤੇ ਤੇ ਲਾਲ ਕਿਲੇ ਉੱਤੇ ਉੱਥੇ ਏਡੀ ਵੱਡੀ ਘਟਨਾ ਵਾਪਰ ਜਾਂਦੀ ਹੈ, ਤੁਹਾਡੀ ਪੁਲਿਸ ਫੋਰਸ ਕੀ ਕਰ ਰਹੀ ਸੀ? ਥੋੜੇ ਜਿਹੇ ਕਿਸਾਨਾਂ ਨੂੰ ਰੋਕ ਸਕੇ ਜਾਣ? ਨਹੀਂ, ਉਹ ਤਾਂ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਤੇ ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ। ਇਹਨਾਂ ਦੀ ਇੱਛਾ ਇਹ ਸੀ, ਜਿਹੜੇ ਆ ਕਿਸਾਨ ਲੀਡਰ ਨੇ, ਜਿਹੜੇ ਇਹ ਅਲੱਗ-ਅਲੱਗ ਰਾਜਨੀਤਿਕ ਹਿੱਤ ਸਾਧਣ ਲਈ ਲੱਗੇ ਹੋਏ ਆ, ਇਹ ਮੋਦੀ ਜੀ ਨੂੰ ਔਰ ਸਾਡੀ ਸਰਕਾਰ ਦਾ ਫੇਸ ਖਰਾਬ ਕਰਨਾ ਚਾਹੁੰਦੇ ਆ। ਇਹ ਤਾਂ ਦਿਖਾਉਣਾ ਚਾਹੁੰਦੇ ਸੀ ਵੀ ਸਿੱਖਾਂ ਦੀ ਕਾਤਲ ਹੈ, ਇਹਨੂੰ ਸਿੱਖਾਂ ਦਾ ਅੰਦੋਲਨ ਬਣਾ ਰਹੇ ਸੀ। ਤੇ ਉਹ ਤਾਂ ਦਿੱਲੀ ਪੁਲਿਸ ਨੇ ਲਾਠੀ ਡੰਡਾ ਨਹੀਂ ਚਲਾਇਆ, ਉਹਨਾਂ ਕੋਲ ਸੀ ਸਾਰਾ ਕੁਝ, ਅਸਲਾ ਉਹਨਾਂ ਕੋਲ ਸੀ, ਗੋਲੀ ਨਹੀਂ ਚਲਾਈ। ਉਹਨਾਂ ਨੇ 30-30 ਫੁੱਟ ਤੋਂ ਛਾਲਾਂ ਮਾਰਤੀਆਂ। ਉਹ ਡਿਸਪਲਿਨ ਦਾ ਪਾਲਣ ਕੀਤਾ। ਇਹਨਾਂ ਨੇ ਅਨੁਸ਼ਾਸਨ ਭੰਗ ਕੀਤਾ, ਔਰ ਇਹਨਾਂ ਨੇ ਜੋ ਐਗਰੀਮੈਂਟ ਕੀਤਾ ਉਹ ਵਾਇਲੇਟ ਕੀਤਾ। ਕਿਸਾਨ ਲੀਡਰਾਂ ਤੇ ਕੇਸ ਦਰਜ ਨੇ, ਔਰ ਇਹ ਜਾਣਬੁੱਝ ਕੇ ਉਦਣ ਕਤਲੇਆਮ ਮਚਾ ਕੇ ਪੂਰੇ ਦੁਨੀਆ 'ਚ ਔਰ ਦੇਸ਼ 'ਚ ਨਾਂ ਖਰਾਬ ਕਰਨਾ ਚਾਹੁੰਦੇ ਸੀ। ਜੀ। ਉਸ ਤੋਂ ਉਹਨਾਂ ਨੇ ਬਚਾ ਲਿਆ। ਇਸ ਲਈ ਇਹ ਤਾਂ ਮੋਦੀ ਜੀ ਨੂੰ, ਅਮਿਤ ਸ਼ਾਹ ਜੀ ਨੂੰ ਔਰ ਸਾਡੀ ਸਰਕਾਰ ਨੂੰ ਔਰ ਦਿੱਲੀ ਪੁਲਿਸ ਨੂੰ ਸਲੂਟ ਆ, ਜਿਨ੍ਹਾਂ ਅਨੁਸ਼ਾਸਨ ਦਾ ਪਾਲਣ ਕਰਦੇ ਹੋਏ, ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣੇ ਸਰੀਰ ਤੇ ਸਹਿ ਲਿਆ ਸਾਰਾ ਕੁਝ, ਔਰ ਇਹਨਾਂ ਦੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ। ਤੁਸੀਂ ਦੱਸ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਪਰਚੇ ਦਰਜ ਨੇ, ਜੇ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਮੁੱਠੀ ਭਰ ਕਿਸਾਨ ਨੇ, ਫਿਰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਅਰੈਸਟ ਕਿਉਂ ਨਹੀਂ ਕਰਦੇ? ਆਪੇ ਹੋ ਜਾਣਗੇ। ਆਖਰ ਕਾਨੂੰਨ ਦਾ ਸਾਹਮਣਾ ਕਰਨਾ ਪੈਣਾ ਇਹਨਾਂ ਨੂੰ। ਕਿਹੜਾ ਕਾਨੂੰਨ ਤੋਂ ਭੱਜ ਸਕਦਾ? ਕਿੱਥੇ ਚੱਲੇ ਆ? ਨਾ ਤਾਂ ਇੰਗਲੈਂਡ ਅਮਰੀਕਾ ਇਹ ਚੱਲੇ ਤੇ ਨਾ ਅਸੀਂ ਚੱਲੇ ਆ। ਚਲੋ ਖੈਰ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਛੱਡਣੇ, ਹਾਲੇ ਤੱਕ ਲੱਖਾਂ ਸਦਾਨਾਂ ਨੂੰ ਤੁਸੀਂ ਫੜ ਸਕੇ, 1 ਲੱਖ ਰੁਪਏ ਇਨਾਮ ਆਗਾ। ਉਹ ਲੱਖਾਂ ਸਦਾਨਾ ਵੀ ਇਹਨਾਂ ਦਾ ਹੀ ਆ।
ਦੀਪ ਸਿੱਧੂ ਵੀ ਇਹਨਾਂ ਦਾ, ਇਹ ਗੁੰਡੇ ਪੈਦਾ ਕਰਦੇ ਆ। ਇਹ ਗੁੰਡਿਆਂ ਤੇ ਬਰਦ ਹੱਸਦਾ। ਤੁਸੀਂ ਦੇਖੋ ਬਈ ਸਾਡੇ ਵਿਧਾਇਕ ਦੇ ਕੱਪੜੇ ਫਾੜਤੇ, ਉਹਦੇ ਤੇ ਹਮਲਾ ਹੋ ਗਿਆ। ਉਹ ਸਭ ਤੋਂ ਸ਼ਰੀਫ ਆਦਮੀ ਹੈ ਉੱਥੋਂ ਦਾ, ਠੀਕ ਹੈ। ਉਸ ਦੇ ਬਾਵਜੂਦ ਉਹ ਜਿਹੜਾ ਡੱਲੇਵਾਲ, ਉਹ ਸਿੱਧੂਪੁਰ ਵਾਲਾ ਜਿਹੜਾ ਜਗਜੀਤ ਸਿੰਘ ਡੱਲੇਵਾਲ, ਉੱਥੇ ਜਾ ਕੇ ਧਰਨਾ ਲਾਉਂਦਾ ਔਰ ਉਹਨਾਂ ਲੋਕਾਂ ਨੂੰ ਬਚਾਉਣ ਦੀ ਗੱਲ ਕਰਦਾ ਔਰ ਉਸ ਨੂੰ ਜਸਟੀਫਾਈ ਕਰਦਾ। ਔਰ ਕੋਈ ਇਹਨਾਂ ਕਿਸਾਨ ਸੰਗਠਨਾਂ 'ਚ ਇਹ ਨਹੀਂ ਕਹਿੰਦਾ ਕਿ ਤੂੰ ਸ਼ਰਮ ਕਰ, ਇਹ ਕੀ ਕਰ ਰਿਹਾ। ਕੋਈ ਨਹੀਂ ਕਹਿੰਦਾ। ਇਹ ਗੁਨਾਹਗਾਰ ਨੇ, ਇਹ ਜਿਹੜੇ ਲੀਡਰ ਨੇ, ਇਹ ਕਿਸਾਨਾਂ ਨੂੰ ਗਲਤ ਦਿਸ਼ਾ ਦਿੰਦੇ ਆ। ਅਸਲ 'ਚ ਇਹਨਾਂ ਨੇ ਗੁੰਡਾ ਗਰੋਹ ਬਣਾ ਰੱਖੇ ਆ ਤੇ ਇਹ ਮਾਓਵਾਦੀ ਗੁੰਡਾ ਗਰੋਹ ਔਰ ਇਹ ਮਿਲ ਕੇ ਪੰਜਾਬ ਦੇ ਹਾਲਾਤ ਵਿਗਾੜਨਾ ਚਾਹੁੰਦੇ ਆ। ਪੰਜਾਬ ਸਰਕਾਰ ਦੇ ਨਾਲ ਮਿਲੇ ਹੋਏ ਆ। ਸੋ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇੰਨਾ ਮੰਨਦੇ ਹੋ ਕਿ ਪੰਜਾਬ ਦੇ ਜਿਹੜੇ ਕਿਸਾਨ ਹੈਗੇ ਨੇ ਅੱਜ ਇਹ ਇਹਨਾਂ ਤਿੰਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇੰਨਾ ਮੰਨਦੇ ਹੋ ਤੁਸੀਂ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਕਰ ਰਹੇ ਨੇ ਵਿਰੋਧ, ਕਿ ਨਹੀਂ ਮੰਨਦੇ ਚੀਜ਼? ਨਹੀਂ, ਕੋਈ ਅਸਲ 'ਚ ਸਾਡੀ ਕਮੀ ਆ। ਇਹ ਬੀਜੇਪੀ ਦੀ ਇੱਥੇ ਕਮੀ ਆ ਕਿ ਅਸੀਂ ਉਹਨਾਂ ਤੱਕ ਪਹੁੰਚ ਹੀ ਨਹੀਂ ਕਰ ਸਕਦੇ। ਅਸੀਂ ਉਹਨਾਂ ਇਲਾਕਿਆਂ 'ਚ ਪਹੁੰਚ ਬਣਾਈ ਨਹੀਂ। ਸਮਝ ਗਏ ਗੱਲ? ਇਹ ਆ ਗਰੇਵਾਲ ਸਾਹਿਬ, ਪਹੁੰਚ ਬਣਾਉਣ ਲਈ ਤੁਹਾਨੂੰ ਦਿਲ ਤਾਂ ਜਿੱਤਣਾ ਪਏਗਾ ਨਾ ਪੰਜਾਬੀਆਂ ਦਾ। ਉਹ ਸਭ ਦਿਲ ਜਿੱਤੇ ਹੋਏ ਆ। ਤੁਸੀਂ ਦੇਖਿਓ, ਆ ਚੋਣਾਂ ਆ ਲੈਣ ਦਿਓ, ਤੁਹਾਨੂੰ ਸਭ ਦਿਖਾਵਾਂਗੇ। ਦਿਲ ਜਿੱਤੇ ਹੋਏ ਆ। ਇਹ ਜਿਹੜੇ ਕਿਸਾਨ ਪੰਜਾਬ ਵਿੱਚ ਸਰਕਾਰ ਬਣਾ ਜਾਓਗੇ, ਇਹ ਜਿਹੜੇ ਕਿਸਾਨ ਲੀਡਰ ਨੇ, ਇਹਨਾਂ ਨੂੰ 5-5000 ਵੋਟ ਪੈਣੀ ਆ। ਜੇ ਇਸ ਤੋਂ ਜ਼ਿਆਦਾ ਪੈ ਜੇ ਮੈਨੂੰ ਫੜ ਲਿਓ। ਜਿਹੜੇ ਅੱਜ ਹੀਰੋ ਬਣੇ ਫਿਰਦੇ ਆ, ਇਹਨਾਂ ਨੂੰ ਇਹਨਾਂ ਦੀ ਸਮਝ ਆ ਜਾਊਗੀ ਇਹ ਕੀ ਨੇ। ਆਖਰ ਸੱਚ ਦੀ ਜਿੱਤ ਹੁੰਦੀ ਆ। ਗੁਰੂ ਨਾਨਕ ਦੇਵ ਨੇ ਕੀ ਕਿਹਾ? ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜਾ ਸੱਚ ਦੇ ਰਾਹ ਤੇ ਚੱਲਦਾ ਉਹਦੀ ਜਿੱਤ ਹੁੰਦੀ ਆ। ਮੇਰੀ ਪਾਰਟੀ ਨੇ, ਮੇਰੀ ਸਰਕਾਰ ਨੇ ਮੈਨੂੰ ਦੱਸਿਆ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਮੈਂ ਇਹਨਾਂ ਨੂੰ ਕਿਹਾ ਵੀ ਕਾਨੂੰਨ ਨਹੀਂ ਰੱਦ ਹੋਣੇ, ਜੋ ਅਮੈਂਡਮੈਂਟਸ ਕਰਾਉਣੀਆਂ ਕਰਾ ਲਓ। ਇਹ ਮੇਰੇ ਹੀ ਦੁਸ਼ਮਣ ਬਣ ਗਏ। ਸਾਨੂੰ ਤਾਂ ਗਾਲਾਂ ਕੱਢਦਾ ਜੀ। ਇਸ ਚੀਜ਼ ਨੂੰ ਗਾਲ ਸਮਝਦੇ ਆ। ਇਹਨਾਂ ਨੇ ਗਲਤ ਸਮਝਾ। ਚਲੋ ਤੁਸੀਂ ਵੀ ਜੱਟ ਹੋ, ਤੁਸੀਂ ਖੇਤੀਬਾੜੀ ਨਾਲ ਜੁੜੇ ਹੋ, ਤੁਸੀਂ ਖੁਦ ਦੱਸੋ ਕਿ ਕਾਨੂੰਨ ਜਿਹੜੇ ਤੁਸੀਂ ਕਹਿੰਦੇ ਅਮੈਂਡਮੈਂਟ ਕਰਵਾ ਲਓ, ਕੀ ਅਮੈਂਡਮੈਂਟ ਹੋਣੀ ਚਾਹੀਦੀ ਇਹਨਾਂ ਕਾਨੂੰਨਾਂ ਦੇ ਵਿੱਚ? ਅਰੇ ਭਾਈ, ਹੋ ਗਈ ਸੀ ਸਾਰੀ ਗੱਲ। ਇਹਨਾਂ ਨੇ ਕੀਤੀ ਆ। 11 ਵਾਰ ਮੀਟਿੰਗਾਂ 'ਚ ਬੈਠੇ ਆ, 7-7 ਘੰਟੇ ਬੈਠੇ ਆ ਸਾਡੇ 3 ਮਿਨਿਸਟਰ। ਇਹ ਉਹਨਾਂ ਨੂੰ ਅਪਮਾਨਿਤ ਕਰਦੇ ਰਹੇ। ਕੀ ਗੱਲ ਹੋਈ ਸੀ? ਆਮ ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗ ਰਹੀ। ਸਭ ਪਤਾ। ਕੀ ਗੱਲ ਹੋਈ ਸੀ? ਗੱਲ ਇਹ ਹੋਈ ਸੀ, ਇਹਨਾਂ ਨੇ ਕਿਹਾ ਵੀ ਸਾਡੀ ਜ਼ਮੀਨ ਤੇ ਕਬਜ਼ਾ ਹੋ ਜੂ, ਸਾਨੂੰ ਕੋਰਟ ਜਾਣ ਦਾ ਅਧਿਕਾਰ ਦਿਓ। ਅਮਿਤ ਸ਼ਾਹ ਜੀ ਨੇ ਕਿਹਾ ਕੋਰਟ ਜਾਣ ਦਾ ਅਧਿਕਾਰ ਵੀ ਦਿੱਤਾ ਤੇ ਫਾਸਟ ਟਰੈਕ ਕੋਰਟ ਵੀ ਬਣਾਤੀ। ਹੋਰ ਦੱਸੋ। ਫਿਰ ਇਹਨਾਂ ਨੇ ਕਿਹਾ ਕਿ ਸਾਨੂੰ ਮੰਡੀਆਂ ਦੇ ਅੰਦਰ ਜਿਹੜਾ ਕਾਨੂੰਨ ਲਾਗੂ ਹੁੰਦਾ ਉਹੀ ਕਾਨੂੰਨ ਉਹੀ ਆੜਤੀਆ ਬਾਹਰ ਵੀ ਖਰੀਦ ਵੇਚ ਕਰੇ ਔਰ ਉਹੀ ਕਾਨੂੰਨ ਬਾਹਰ ਲਾਗੂ ਹੋਵੇ। ਉਹਨਾਂ ਨੇ ਕਿਹਾ ਚਲੋ ਸਟੇਟ ਦਾ ਹੀ ਕਾਨੂੰਨ ਬਾਹਰ ਲਾਗੂ ਆ, ਸਟੇਟ ਦਾ ਉਹੀ ਕਾਨੂੰਨ ਅੰਦਰ ਲਾਗੂ ਆ। ਹੋਰ ਦੱਸੋ। ਉਹੀ ਪੁਰਾਣਾ ਕਾਨੂੰਨ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਾਡੇ ਤੇ ਜਿਹੜਾ ਸਟਬਲ ਬਰਨਿੰਗ ਦਾ ਜਿਹੜਾ ਹੈਗਾ ਪ੍ਰਦੂਸ਼ਣ ਦਾ 1 ਕਰੋੜ ਦਾ ਜੁਰਮਾਨਾ ਤੇ ਸਜ਼ਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿ ਚਲੋ ਕਿਸਾਨ ਨੂੰ ਇਸ ਤੋਂ ਵੀ ਅਲੱਗ ਕਰਤਾ। ਫਿਰ ਉਹਨਾਂ ਨੇ ਕਿਹਾ ਜਿਹੜਾ ਬਿਜਲੀ ਦਾ ਐਕਟ ਅਜੇ ਬਣਿਆ ਨਹੀਂ ਹੈ ਕਿ ਇਹ ਸਾਡੇ ਸਿੱਧੀ ਖਾਤਿਆਂ 'ਚ ਨਾ ਆਵੇ। ਹਾਲਾਂਕਿ ਉਹਦੇ ਨਾਲ ਟਰਾਂਸਪੇਰੈਂਸੀ ਵੱਧਦੀ ਹੈ ਤੇ ਇਹ ਸਾਨੂੰ ਬਿੱਲ ਹੀ ਨਾ ਭਰਨਾ ਪਵੇ ਕਿਸਾਨ ਨੂੰ। ਉਹਨਾਂ ਨੇ ਕਿਹਾ ਚਲੋ ਇਹ ਵੀ ਕਰ ਦਿੰਦੇ ਆ। ਜਦੋਂ ਇਹ ਸਾਰਾ ਕੁਝ ਕਰਤਾ, ਸਾਰੀਆਂ ਗੱਲਾਂ ਮੰਨ ਲਈਆਂ, ਇਹਨਾਂ ਨੂੰ ਫਿਰ ਇਹ ਕਹਿਤਾ ਕਿ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ। ਜਿਹਾ ਜਿਹਾ ਕਾਨੂੰਨ ਬਣਾਉਣਾ ਚਾਹੁੰਦੇ ਹੋ ਉਹ ਬਣਾ ਲਓ ਔਰ MSP ਤੇ ਜੋ ਕਾਨੂੰਨ ਬਣਾਉਣਾ ਚਾਹੁੰਦੇ ਤੁਸੀਂ ਜਿਹੜਾ ਠੀਕ ਸਮਝੇ ਉਹ ਬਣਾ ਲਓ। ਤੇ ਹੁਣ ਕਹਿਣ ਲੱਗੇ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ ਤੇ ਹੁਣ ਇਹ ਘੱਟ ਤੋਂ ਘੱਟ ਕਿਸਾਨਾਂ ਨੂੰ ਘਰਾਂ ਨੂੰ ਭੇਜੋ। ਕਹਿੰਦੇ ਅਸੀਂ ਨਹੀਂ ਭੇਜ ਸਕਦੇ ਜੀ, ਅਸੀਂ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਹਿੰਦੇ ਅਸੀਂ ਤਾਂ ਇਹਨਾਂ ਨੂੰ ਸਮਝਾ ਕੇ ਲਿਆਏ ਸੀ ਵੀ ਅਸੀਂ ਕਾਨੂੰਨ ਰੱਦ ਕਰਾਵਾਂਗੇ, ਸਾਨੂੰ ਮਾਰ ਦੇਣਗੇ, ਅਸੀਂ ਹਰਚੰਦ ਸਿੰਘ ਲੰਗੋਵਾਲ ਨਹੀਂ ਬਣਨਾ। ਇਹ ਕਿਸਾਨ ਲੀਡਰਾਂ ਦੀ ਕਮੀ ਹੈ। ਲੀਡਰ 'ਚ ਹੁੰਦਾ ਕਿ ਉਹ ਲੋਕਾਂ ਨੂੰ ਲੀਡ ਕਰੇ, ਦਸ਼ਾ ਤੇ ਦਿਸ਼ਾ ਬਦਲੇ। ਇਹਨਾਂ ਦੀ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ MSP ਦਾ ਕਾਨੂੰਨ ਬਣਾਉਣ ਤੇ ਸਰਕਾਰ ਰਾਜੀ ਹੋ ਗਈ ਸੀ। ਅੱਜ ਤੁਸੀਂ ਹਮਦਰ ਟੀਵੀ ਤੇ ਕਹਿੰਦੇ ਹੋ ਕਿ MSP ਦਾ ਕਾਨੂੰਨ ਬਣਾਓਗੇ ਤੁਸੀਂ। ਲਓ, ਇਹਨਾਂ ਨੂੰ ਮੀਟਿੰਗ ਦੇ ਵਿੱਚ ਸਾਰੀ ਗੱਲ ਹੋਈ ਆ। ਇਹਨਾਂ ਨੂੰ ਕਸਮ ਦਵਾ ਕੇ ਪੁੱਛ ਲਓ, ਇਹ ਝੂਠੇ ਆ ਰਾਜੇਵਾਲ ਹੁਣੀ। ਪਰ ਹਾਲ ਤੱਕ ਖੇਤੀ ਮੰਤਰੀ ਦੇ ਮੂੰਹੋਂ ਨਹੀਂ ਸ਼ਬਦ ਆਇਆ ਕਿ ਕਾਨੂੰਨ ਬਣਾਵਾਂਗੇ ਅਸੀਂ। ਬਰੇ ਭਾਈ, ਬਾਹਰ ਆ ਕੇ ਕੀ ਕਹਿਣਾ ਹੁੰਦਾ? ਉਹ ਤਾਂ ਜੇ ਸਾਡੇ ਨਾਲ ਐਗਰੀਮੈਂਟ ਕਰਦੇ, ਉਹਦੇ ਤੇ ਸਾਈਨ ਕਰਦੇ ਸਰਕਾਰ ਨਾਲ, ਤਾਂ ਹੀ ਤਾਂ ਉਹਦੇ 'ਚ ਲਿਖਿਆ ਜਾਣਾ ਸੀ। ਇਹ ਤਾਂ ਮੰਨੇ ਹੀ ਨਹੀਂ। ਕਿਸਾਨ ਹਿੱਤ 'ਚ ਨਹੀਂ ਬੈਠੇ ਇਹ ਤਾਂ ਕਿਸਾਨ ਨੂੰ ਗੁੰਮਰਾਹ ਕਰਕੇ ਆਪਦੀਆਂ ਰੋਟੀਆਂ ਸੇਕ ਰਹੇ ਆ ਜਿਹੜੇ ਲੀਡਰ, ਕਿਸਾਨ ਲੀਡਰ ਨੇ। ਇਹ ਤਾਂ ਇਹਦੇ ਹਿੱਤ ਪੂਰ ਰਹੇ ਆ ਕਾਂਗਰਸ ਦੇ। ਇਹਨੂੰ ਬਚਾ ਰੱਖਿਆ ਇਹਨਾਂ ਨੇ। ਨਹੀਂ ਤਾਂ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਰਾਜੇ ਨੂੰ ਘੇਰ ਕੇ ਮਾਰ ਦੇਣਾ ਸੀ। ਜਿਵੇਂ ਤੂੰ ਦੱਸ, ਤੂੰ ਸਾਨੂੰ ਗੁੰਮਰਾਹ ਕੀਤਾ, ਨਾ ਸਾਡੇ ਕਰਜ਼ੇ ਮਾਫ ਕੀਤੇ, ਨਾ ਘਰ ਘਰ ਨੌਕਰੀ ਦਿੱਤੀ, ਲਾਅ ਐਂਡ ਆਰਡਰ ਤੂੰ ਖਰਾਬ ਕਰਤਾ, ਪੰਜਾਬ ਦੀ ਵਿਵਸਥਾ ਤੂੰ ਖਰਾਬ ਕਰਤੀ, ਬਰਗਾੜੀ ਦਾ ਇਨਸਾਫ ਤੂੰ ਨਹੀਂ ਦਿੱਤਾ। ਉਹ ਝੂਠੇ ਆਦਮੀ ਤੂੰ ਕਰੇਗਾ ਕੀ? ਇਹਨੂੰ ਤਾਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਣਾ ਸੀ, ਅੱਗੇ ਵੀ ਹੋ ਜਾਣਾ। ਪਰ ਫਿਲਹਾਲ ਤੁਹਾਡਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ। ਕਿਸਾਨਾਂ ਨੇ ਘੇਰਿਆ। ਕੋਈ ਮੁਸ਼ਕਲ ਨਹੀਂ ਹੈ। ਬਾਹਰ ਨਿਕਲੋਗੇ ਤੁਸੀਂ ਹੁਣ ਘਰਾਂ ਚੋਂ? ਤੁਸੀਂ ਦੇਖੀ ਤਾਂ ਚੱਲੋ, ਵਿਵਸਥਾ ਬਦਲਣ ਦਿਓ, ਸਭ ਕੁਝ ਹੋ ਜਾਣਾ। ਅਸੀਂ ਬਾਹਰ ਵੀ ਜਾਵਾਂਗੇ, ਜ਼ਿਲ੍ਹਿਆਂ 'ਚ ਵੀ ਜਾਵਾਂਗੇ, ਪਿੰਡਾਂ 'ਚ ਵੀ ਜਾਵਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ। 2022 'ਚ ਪੂਰੀ ਟੱਕਰ ਦਿਓਗੇ? ਅਰੇ ਟੱਕਰ ਦੀ ਕੀ ਗੱਲ ਆ? ਤਾਂ ਅਸੀਂ ਸਭ ਤੋਂ ਬੜਾ ਰਾਜਨੀਤਿਕ ਧਿਰ ਹੋਵਾਂਗੇ ਪੰਜਾਬ ਦੀ। ਕੋਈ ਐਸੀ ਗੱਲ ਆ? ਸਭ ਤੋਂ ਬੜਾ।
ਕਿਸ ਚੀਜ਼ ਤੇ ਤੁਸੀਂ ਮਾਣ ਕਰਦੇ ਹੋ, ਕਿਵੇਂ ਹੋ ਜਾਓਗੇ ਤੁਸੀਂ, ਕਿਵੇਂ ਲੱਗਦਾ ਤੁਹਾਨੂੰ? ਸਾਡੀ ਲੀਡਰਸ਼ਿਪ ਸਭ ਤੋਂ ਬੜੀ ਹੈ ਦੁਨੀਆ ਦੀ ਲੀਡਰਸ਼ਿਪ, ਸਾਡੇ ਕੋਲ ਜਿਹੜੀ ਹੈ ਕਿਸੇ ਕੋਲ ਨਹੀਂ ਹੈ। ਸਾਡਾ ਵਿਚਾਰ ਸਭ ਤੋਂ ਵਧੀਆ ਹੈ ਆਤਮ ਮਾਨਵ ਦਰਸ਼ਨ ਜੋ ਯੁਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਦਿੱਤਾ। ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੀ ਗੱਲ ਕਰਦੇ ਹਾਂ, ਅਸੀਂ ਕਿਸੇ ਇੱਕ ਦੀ ਗੱਲ ਨਹੀਂ ਕਰਦੇ। ਸਾਡੇ ਨਾਲ ਸਾਰਿਆਂ ਨੇ ਲੱਗਣਾ। ਗਰੇਵਾਲ ਸਾਹਿਬ, ਲਗਾਤਾਰ ਇਸ ਅੰਦੋਲਨ ਦੇ ਵਿੱਚੋਂ ਇਹ ਮੰਗ ਉੱਠੀ ਕਿ ਜਿਹੜੀ ਬੀਜੇਪੀ ਸਰਕਾਰ ਹੈਗੀ, ਬੜਾ ਵੱਡਾ ਇਲਜ਼ਾਮ ਲੱਗਿਆ ਤੁਹਾਡੀ ਪਾਰਟੀ ਦੇ ਉੱਤੇ ਕਿ ਈਵੀਐਮ ਦੇ ਜ਼ਰੀਏ ਜਿੱਤਦੀ ਹੈ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਨੇ। ਸਟੇਟ ਦੀ ਗੱਲ ਨਹੀਂ ਕਰ ਰਿਹਾ ਮੈਂ, ਤੇ ਕਹਿੰਦੇ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਨੇ ਉਦੋਂ ਈਵੀਐਮ ਦੇ ਜ਼ਰੀਏ ਜਿੱਤਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਮੇਰੀ 56 ਇੰਚ ਦੀ ਛਾਤੀ ਹੈ, ਕਿ ਤੁਸੀਂ ਖੁੱਲ੍ਹ-ਦਿਲੀ ਕਰੋਗੇ, ਉਹ ਛਾਤੀ ਖੁੱਲ੍ਹ-ਦਿਲੀ ਕਰੂਗੀ ਕਿ 2024 ਦੀ ਜਿਹੜੀ ਚੋਣਾਂ ਹੋਣਗੀਆਂ ਤੁਸੀਂ ਕਹੋਗੇ ਅਸੀਂ ਈਵੀਐਮ ਨਹੀਂ, ਅਸੀਂ ਬੈਲਟ ਪੇਪਰਾਂ ਜ਼ਰੀਏ ਇਹ ਕਰਾਂਗੇ। ਪ੍ਰਧਾਨ ਮੰਤਰੀ ਨਹੀਂ ਕਰ ਸਕਦੇ, ਸਰਕਾਰ ਨਹੀਂ ਕਰ ਸਕਦੀ, ਇਹ ਇਲੈਕਸ਼ਨ ਕਮਿਸ਼ਨ ਨੂੰ ਪਹੁੰਚ ਕਰੋ, ਉਹ ਕਰ ਸਕਦਾ। ਇਹ ਸੁਪਰੀਮ ਕੋਰਟ ਨੂੰ ਪਹੁੰਚ ਕਰੋ, ਉਹ ਸੰਵਿਧਾਨਿਕ ਸੰਸਥਾਵਾਂ ਨੇ, ਇੰਡੀਪੈਂਡੈਂਟ ਸੰਸਥਾਵਾਂ ਨੇ, ਉਹਨਾਂ ਕੋਲ ਜਾਣ, ਉਹਨਾਂ ਨੂੰ ਦੱਸਣ, ਤੇ ਉਹਨਾਂ ਨੇ ਇਹ ਲਾਗੂ ਕੀਤਾ। ਇਹ ਮਨਮੋਹਨ ਸਿੰਘ ਦੀ ਜਦੋਂ ਸਰਕਾਰ ਬਣਦੀ ਸੀ ਉਦੋਂ ਵੀ ਈਵੀਐਮ ਨਾਲ ਹੀ ਬਣਦੀ ਸੀ। ਨਹੀਂ, ਤੁਸੀਂ ਬੈਲਟ ਪੇਪਰਾਂ ਜ਼ਰੀਏ ਉਸ ਤੋਂ ਬਾਅਦ ਹੁਣ ਜਿਹੜੀ ਰਾਜਸਥਾਨ 'ਚ ਸਰਕਾਰ ਬਣੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਈਵੀਐਮ ਨਾਲ ਹੀ ਬਣੀ ਹੈ। ਤੁਸੀਂ ਚਾਹੁੰਦੇ ਹੋ ਕਿ ਬੈਲਟ ਪੇਪਰਾਂ ਜ਼ਰੀਏ ਚੋਣਾਂ ਹੋਣੀ ਚਾਹੀਦੀ? ਸਾਡੇ ਨਾਲ ਜੋ ਮਰਜ਼ੀ ਕਰਨ, ਉਹ ਸੰਵਿਧਾਨਿਕ ਸੰਸਥਾ ਦਾ ਕੰਮ ਆ, ਉਹਦੇ ਕੋਲ ਜਾ ਕੇ ਅਪਰੋਚ ਕਰਨ, ਜਿਹਨੂੰ ਸ਼ੱਕ ਆ। ਸਾਨੂੰ ਤਾਂ ਕੋਈ ਸ਼ੱਕ ਨਹੀਂ ਹੈ, ਸਾਨੂੰ ਕੋਈ ਡਾਊਟ ਨਹੀਂ ਹੈ। ਕੋਈ ਡਾਊਟ ਨਹੀਂ ਤੁਹਾਨੂੰ ਈਵੀਐਮ ਦੇ ਉੱਪਰ? ਨਾ, ਸਾਨੂੰ ਕੋਈ ਡਾਊਟ ਨਹੀਂ। ਠੀਕ ਹੈ, ਲੇਕਿਨ ਹੋਰ ਵੀ ਜਿਹੜੇ ਬੀਜੇਪੀ ਦੇ ਨੇਤਾਵਾਂ ਨੂੰ ਕਹਿੰਦੇ ਆ, ਉਹ ਕਹਿੰਦੇ ਕਿ ਨਹੀਂ ਜੀ ਈਵੀਐਮ ਜ਼ਰੀਏ VOTING ਹੋਣੀ ਚਾਹੀਦੀ ਹੈ। ਭਾਈ ਉਹਦੇ 'ਚ ਕੀ ਆ? ਤੇ ਇਹ ਜਾ ਕੇ ਅਪਰੋਚ ਕਰਨਾ ਉਹਨਾਂ ਨੂੰ, ਜੇ ਕੋਈ ਕਮੀਆਂ ਨੇ ਉਹਨਾਂ ਨੂੰ ਦੱਸਣ, ਉਸ ਨੂੰ ਦੂਰ ਕਰਨਗੇ। ਜੇ ਵਿਵਸਥਾ ਬਦਲਣੀ ਹੈ ਉਹ ਬਦਲ ਦੇਣਗੇ, ਸੰਵਿਧਾਨਿਕ ਸੰਸਥਾਵਾਂ ਨੇ ਕਰਨਾ। ਗਰੇਵਾਲ ਸਾਹਿਬ, ਖੈਰ 3 ਕਾਨੂੰਨ ਤੁਹਾਡੀ ਸਰਕਾਰ ਲੈ ਕੇ ਆਈ ਕਿਸਾਨਾਂ ਦੇ ਵਾਸਤੇ, ਇਹ ਵੀ ਦੱਸ ਦੋ ਜਾਂਦੇ ਜਾਂਦੇ ਸਾਨੂੰ ਕਿ ਇਹਨਾਂ 3 ਕਾਨੂੰਨਾਂ ਦੇ ਵਿੱਚ ਕਿਸਾਨਾਂ ਨੂੰ ਫਾਇਦਾ ਕੀ ਹੋਣਾ ਸੀਗਾ? ਜੇ ਤੁਸੀਂ ਕਹਿੰਦੇ ਹੋ ਕਿ ਹਾਲੇ ਤੱਕ ਕਿਸਾਨਾਂ ਨੂੰ ਸਮਝ ਨਹੀਂ ਆਇਆ। ਇਹਨਾਂ ਨੂੰ ਫਾਇਦਾ ਇਹ ਹੋਣਾ ਸੀ ਕਿ ਕਿਸਾਨ ਦੀ ਆਮਦਨ ਦੁੱਗਣੀ ਹੋਣੀ ਸੀ। ਇਹ ਕਿਸਾਨ ਨੂੰ ਸਮਝ ਆ ਜਾਣੀ ਹੈ, ਇਹਦੇ 'ਚ ਕੋਈ ਨੁਕਸਾਨ ਨਹੀਂ ਹੋਣ ਵਾਲਾ। ਅੱਜ ਕਾਨੂੰਨ ਲਾਗੂ ਨਹੀਂ ਹੈ, ਅੱਜ ਕਿਸਾਨ ਕੀ ਫਾਇਦੇ 'ਚ? ਅੱਜ ਵੀ ਸੁਸਾਈਡ ਕਰ ਰਿਹਾ ਨਾ। ਆਮਦਨ ਦੁੱਗਣੀ, ਖਰਚੇ ਵੀ ਤਾਂ ਦੁੱਗਣੇ ਹੋ ਗਏ ਉਹਨਾਂ ਦੇ। ਨਹੀਂ, ਕੋਈ ਖਰਚਾ ਦੁੱਗਣਾ ਨਹੀਂ ਸੀ ਹੋਣਾ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 52 ਰੁਪਏ ਲੀਟਰ ਡੀਜ਼ਲ ਸੀਗਾ, ਅੱਜ 82 ਰੁਪਏ ਹੈ। ਅਰੇ ਉਹ ਅਲੱਗ ਵਿਵਸਥਾ ਹੈਗੀ ਆ, ਉਹ ਕੋਈ ਕਿਸਾਨ ਦੀ ਵਜ੍ਹਾ ਕਰਕੇ ਆ, ਉਹ ਕੋਈ ਖੇਤੀ ਕਾਨੂੰਨਾਂ ਦੀ ਵਜ੍ਹਾ ਕਰਕੇ ਆ। ਉਹੀ ਕਮਲੀ ਗੱਲ ਆ। ਨਹੀਂ, ਮਹਿੰਗਾਈ ਤਾਂ ਵਧੀ ਨਾ, ਡੀਜ਼ਲ ਤਾਂ ਫੂਕਿਆ ਜਾਂਦਾ। ਉਹ ਅਲੱਗ ਚੀਜ਼ ਹੈ ਨਾ ਜੀ, ਉਹ ਅਲੱਗ ਚੀਜ਼ ਹੈ। ਉਹ ਇਨਪੁਟਸ ਦੇ ਖਰਚੇ ਵਧਨੇ ਸੀ ਤਾਂ ਉਹਦੀ ਕੀਮਤ। ਖਾਦਾਂ ਮਹਿੰਗੀਆਂ ਹੋ ਗਈਆਂ, ਡਬਲ ਰੇਟ 700 ਰੁਪਏ ਤਾਂ ਹੋਣੀ ਵਧਿਆ, 1200 ਤੋਂ ਗੱਟਾ ਸਿੱਧਾ 1900 ਰੁਪਏ। ਉਹ ਵੀ ਪੈਟਰੋਲੀਅਮ ਤੇ ਹੀ ਡਿਪੈਂਡ ਕਰਦਾ ਨਾ ਜੀ ਇਹ ਖਾਦਾਂ ਦਾ। ਅਸੀਂ ਤਾਂ ਕੁਦਰਤੀ ਖੇਤੀ ਦੀ ਤਰਫ ਲੈ ਕੇ ਜਾਣਾ, ਜਿਹਦੇ ਨਾਲ ਲੋਕਾਂ ਦੀ ਹੈਲਥ ਖਰਾਬ ਹੋ ਰਹੀ ਹੈ, ਪਾਣੀ ਖਤਮ ਹੋ ਰਿਹਾ, ਹਾਂਜੀ, ਤੇ ਇੱਥੇ ਤਾਂ ਵਾਤਾਵਰਣ ਖਰਾਬ ਹੋ ਰਿਹਾ, ਪੰਛੀ ਖਤਮ ਹੋ ਰਹੇ ਆ, ਹੌਲੀ ਹੌਲੀ ਇਨਸਾਨ ਵੀ ਖਤਮ ਹੋਣ ਲੱਗ ਜਾਣੇ ਆ, ਐਸੀ ਹਾਲਤ ਹੋ ਜਾਣੀ ਹੈ। ਉਹਦੇ ਵੱਲ ਵੀ ਤਾਂ ਸੋਚਣਾ, ਉਹਦੇ ਵੱਲ ਵੀ ਤਾਂ ਦੇਖੋ। ਅੱਜ ਤੱਕ ਪੰਜਾਬ ਦੇ ਕਿੰਨੇ ਮੁੱਖ ਮੰਤਰੀ ਆ, ਕਿੰਨੀਆਂ ਸਰਕਾਰਾਂ, ਕਿਸੇ ਨੇ ਸੋਚਿਆ ਇਹਦੇ ਤੇ? ਆ ਕਿਸਾਨ ਲੀਡਰਾਂ ਨੇ ਸੋਚਿਆ ਇਹਦੇ ਤੇ? ਕੋਈ ਨਹੀਂ ਸੋਚਦਾ। ਇਹ ਤਾਂ ਸਭ ਆਪਦਾ ਕੰਮ ਕਰ ਰਹੇ ਆ। ਗਰੇਵਾਲ ਸਾਹਿਬ, ਅਡਾਨੀ ਤੇ ਅੰਬਾਨੀ ਦਾ ਕੀ ਹੱਥ ਹੈਗਾ ਇਹਨਾਂ 3 ਕਾਨੂੰਨਾਂ ਦੇ ਵਿੱਚ? ਬੜਾ ਰੋਲਾ ਪੈਂਦਾ ਕਿ ਅਡਾਨੀ ਤੇ ਅੰਬਾਨੀ ਚਾਹੁੰਦੇ ਨੇ। ਯਾਰ ਉਹਨਾਂ ਦਾ ਕੀ ਮਕਸਦ ਹੈ ਇਹਨਾਂ ਦੇ ਨਾਲ? ਸਰਕਾਰ ਮੋਦੀ ਚਲਾਉਂਦੇ ਆ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ, ਐਨਡੀਏ ਦੀ ਸਰਕਾਰ ਆ, ਇਹ ਲੋਕ ਆਪਦੇ ਫੈਸਲੇ ਲੈਂਦੇ ਆ। ਅਡਾਨੀ ਅੰਬਾਨੀ ਦਾ ਕੀ ਹੈ ਇਹਦੇ 'ਚ? ਬਥੇਰੇ ਅਮੀਰ ਆਉਂਦੇ ਆ, ਬਥੇਰੇ ਚਲੇ ਜਾਂਦੇ ਆ। ਪਰ ਕਾਨੂੰਨ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਵੱਡੇ ਵੱਡੇ ਗੋਦਾਮ ਬਣਾ ਲਏ ਸੀਗੇ, ਉਹ ਕਿਵੇਂ ਬਣ ਗਏ ਫਿਰ? ਰੇਲ ਲਾਈਨਾਂ ਵਿੱਚ ਕੀ ਗੱਲ ਕਰਦੇ ਹੋ? ਤਾਂ ਸਰਕਾਰ ਦੀ ਪਾਲਿਸੀ ਸੀ, ਲੋਕਾਂ ਨੇ ਫਾਇਦਾ ਨਹੀਂ ਲਿਆ, ਉਹਨਾਂ ਨੇ ਬਣਾ ਲਏ। 3 ਖੇਤੀ ਕਾਨੂੰਨ ਤੁਹਾਡਾ ਕਹਿਣਾ ਹੈ ਕਿ ਕਿਸਾਨਾਂ ਨੂੰ ਫਾਇਦਾ ਦੇਣਗੇ? ਬਿਲਕੁਲ ਫਾਇਦਾ ਦੇਣਗੇ, ਆਮਦਨ ਦੁੱਗਣੀ ਕਰ ਦੇਣਗੇ। ਜਿਹੜੀ ਮੋਦੀ ਜੀ ਨੇ ਪਾਲਿਸੀ ਦਿੱਤੀ ਹੈ FPO ਬਣਾ ਕੇ, ਛੋਟੇ ਛੋਟੇ ਜਿਹੜੇ ਕੋਲਡ ਸਟੋਰੇਜ, ਛੋਟੇ ਛੋਟੇ ਵੇਅਰ ਹਾਊਸ, ਔਰ ਉਹ ਸਾਰੇ ਕਿਸਾਨ ਆਪ ਬਣਾਉਣ, ਸਹਿਕਾਰੀ ਸੰਮਤੀਆਂ ਬਣਾਉਣ, ਉਹਦੇ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੋਊ। ਜਿਹੜਾ ਕਿਸਾਨ ਦੇ ਖੇਤ 'ਚ ਜਦੋਂ ਆਲੂ ਹੁੰਦਾ, ਮੈਂ ਇੱਕ ਐਗਜ਼ਾਮਪਲ ਦਊਂਗਾ, ਤੁਹਾਡਾ ਬਹੁਤ ਲੰਬਾ ਹੋ ਜਾਊਗਾ। ਜੀ ਜੀ ਜੀ। ਜਦੋਂ ਕਿਸਾਨ ਦੇ ਖੇਤ 'ਚ ਆਲੂ ਹੁੰਦਾ, ਉਸ ਵੇਲੇ ਉਹ 2 ਰੁਪਏ ਹੁੰਦਾ, ਉਹਦਾ ਪੱਟਣ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਤੇ ਸੜਕਾਂ 'ਤੇ ਸਿੱਟਣਾ ਪੈਂਦਾ। ਤੇ ਜੇ ਕਿਸਾਨ ਦੇ ਆਪਣੇ ਵੇਅਰ ਹਾਊਸ ਹੋਣਗੇ, ਆਪਣੇ ਕੋਲਡ ਸਟੋਰੇਜ ਛੋਟੇ ਛੋਟੇ ਬਣੇ ਹੋਣਗੇ, ਮਿਲ ਕੇ ਉੱਥੇ ਆਪਣਾ ਉਸ ਆਲੂ ਰੱਖ ਲੈਣਗੇ, ਜਿਹੜਾ 2 ਰੁਪਏ ਤੋਂ ਬਾਅਦ 40 ਰੁਪਏ ਜਾ ਕੇ ਜਦੋਂ ਵਿਕਦਾ, ਉਸ ਵੇਲੇ ਕੱਢ ਕੇ ਉਹ ਵੇਚਣਗੇ। ਉਹ ਜਿਹੜਾ ਵਿੱਚ ਦਾ ਵਿਚੋਲੀਆ ਜਿਹਨੂੰ ਕਹਿੰਦੇ ਆ, ਜਿਹੜੇ ਵਿਚੋਲੀਏ ਦੇ ਲਈ ਰੌਲਾ ਪਾ ਰਹੇ ਸੀ, ਉਹ ਵਿਚੋਲੀਏ ਨੇ, ਉਹ ਪੋਲੀਟੀਸ਼ੀਅਨ, ਸਰਕਾਰੀ ਅਧਿਕਾਰੀ ਤੇ ਵਪਾਰੀ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਕਰਦੇ ਆ, ਉਹਦਾ ਪੈਸਾ ਲਾਉਂਦੇ ਆ ਉਹਦੇ 'ਚ, ਉਹ ਖਰੀਦ ਕੇ ਵੇਅਰ ਹਾਊਸ 'ਚ ਰੱਖ ਲੈਂਦੇ ਆ, ਉਹਦੇ 'ਚ ਹੀ ਅਡਾਨੀ ਅੰਬਾਨੀ ਬਣਾਉਣਗੇ। ਤੇ ਜਦੋਂ ਆਪਣੇ ਵੇਅਰ ਹਾਊਸ ਬਣਾਉਂਗੇ, ਉਹ 2 ਰੁਪਏ ਤੋਂ ਲੈ ਕੇ 40 ਰੁਪਏ ਦਾ ਫਾਇਦਾ ਉਹ ਮੋਦੀ ਜੀ ਇਹਨਾਂ ਨੂੰ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ। ਇਹਨਾਂ ਕਾਨੂੰਨਾਂ ਨਾਲ ਉਹ ਹੋਏਗਾ ਜਿਹੜਾ ਫਾਇਦਾ ਹੋਣਾ। ਹੁਣ ਇਹ ਜੇ ਬੈਠਣ, ਪੁੱਛਣ, ਦੱਸਣ, ਇਹਨਾਂ ਨੂੰ ਦੱਸੀਏ, ਇਹਨਾਂ ਨੂੰ ਪਤਾ ਸਾਰਾ, ਰਾਜੇਵਾਲ ਉਹਨਾਂ ਨੂੰ ਸਭ ਕੁਝ ਪਤਾ, ਇਹਨਾਂ ਨੂੰ ਸਭ, ਲੱਖੋਵਾਲ ਉਹਨਾਂ ਨੂੰ ਵੀ ਸਭ ਪਤਾ, ਪਰ ਇਹਨਾਂ ਨੇ ਆਪਦੀਆਂ ਜਾਇਦਾਦਾਂ ਕਿੰਨੀਆਂ ਵਧਾ ਲਈਆਂ ਉਹ ਦੇਖ ਲਓ, ਤੇ ਕਿਸਾਨ ਗਰੀਬ ਹੁੰਦਾ ਜਾ ਰਿਹਾ, ਆਤਮ ਹੱਤਿਆ ਕਰ ਰਿਹਾ, ਉਹ ਦੇਖ ਲਓ। ਇਹ ਵੀ ਕਿਸਾਨ ਨੇ ਤੇ ਉਹ ਵੀ ਕਿਸਾਨ ਨੇ, ਕਹਿੰਦੇ ਅਸੀਂ ਕਿਸਾਨ ਲੀਡਰ, ਆਪਦੇ ਤਾਂ ਇਹਨਾਂ ਦੇ ਹੋਰ ਵਪਾਰ ਨੇ, ਇਹਨਾਂ ਦਾ ਖੇਤੀ ਤੇ ਹੈ ਹੀ ਨਹੀਂ ਕੁਛ। ਪਰ ਗਰੇਵਾਲ ਸਾਹਿਬ, ਜ਼ਮੀਨੀ ਹਕੀਕਤ ਤਾਂ ਇਹ ਵੀ ਹੈ ਨਾ, ਜਿਹੜੇ ਸੂਬਿਆਂ ਦੇ ਵਿੱਚ ਬਿਹਾਰ ਦੀ ਗੱਲ ਕਰ ਲਓ, ਮੱਧ ਪ੍ਰਦੇਸ਼ ਦੀ ਗੱਲ ਕਰ ਲਓ, ਉੱਥੋਂ ਜਿਹੜਾ ਕਿਸਾਨ ਹੈਗਾ, ਜਿਹੜਾ ਜ਼ਿਮੀਂਦਾਰ ਮਜ਼ਦੂਰ ਬਣ ਕੇ ਰਹਿ ਗਿਆ ਹੈਗਾ,
ਬਿਹਾਰ ਦੇ ਕਿਸਾਨਾਂ ਨੂੰ ਤੁਹਾਨੂੰ ਹਾਲਤ ਚੰਗੀ ਤਰ੍ਹਾਂ ਪਤਾ ਹੈਗੀ ਹੈ। ਨਹੀਂ ਤਾਂ ਬਲੈਕਮੇਲ ਜਿਹੜੀ ਕਣਕ ਅੱਜ ਇੱਥੇ ਪੰਜਾਬ ਦੇ ਵਿੱਚ ਆ ਰਹੀ ਹੈ ਉਹ ਕਿਉਂ ਆ ਰਹੀ ਹੈ? ਕਿਉਂਕਿ ਐਮਐਸਪੀ ਦਾ ਕਾਨੂੰਨ ਨਹੀਂ ਹੈਗਾ ਸਾਡੇ ਕੋਲ। ਗੱਲ ਸੁਣੋ, ਇਹ ਕਿਉਂ ਐਮਐਸਪੀ ਇੱਥੇ ਆ ਇਹਦੇ ਬਾਰੇ ਵੀ ਲੋਕਾਂ ਨੂੰ ਦੱਸ ਦਿਆ ਕਰੋ ਨਾ। ਜਦੋਂ ਅਸੀਂ PL 480 ਬਾਹਰੋਂ ਮੰਗਾਉਂਦੇ ਸੀ, ਸਾਡੇ ਪ੍ਰਧਾਨ ਮੰਤਰੀ ਸਵਰਗੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਕਹਿਣਾ ਪਿਆ ਕਿ ਇੱਕ ਦਿਨ ਦਾ ਖਾਣਾ ਨਾ ਖਾਓ ਦੇਸ਼ ਵਾਸੀਆਂ ਨੇ ਉਹਨੂੰ ਫੋਲੋ ਵੀ ਕੀਤਾ। ਤੇ ਉਸ ਵੇਲੇ ਸਾਡੇ ਅਨਾਜ ਦਾ ਸੰਕਟ ਸੀ ਤੇ ਅਸੀਂ PL 480 ਜਿਹੜੀ ਉੱਥੇ ਉਹ ਸਮੁੰਦਰ 'ਚ ਸਿੱਟਦੇ ਆ ਉੱਥੋਂ ਮੰਗਵਾ ਕੇ, ਅਮਰੀਕਾ ਤੋਂ ਮੰਗਵਾ ਕੇ ਖਾਂਦੇ ਸੀ। ਠੀਕ ਹੈ, ਜਿਹੜੀ ਪਸ਼ੂਆਂ ਨੂੰ ਨਹੀਂ ਖਿਲਾਉਂਦੇ ਉਹ। ਤੇ ਉਹ ਪੰਜਾਬ ਤੇ ਹਰਿਆਣਾ ਦਾ ਕਿਸਾਨ ਉਸ ਵੇਲੇ ਜਦੋਂ ਅਲੱਗ-ਅਲੱਗ ਹੋਏ ਉਸ ਤੋਂ ਪਹਿਲਾਂ ਹੀ ਗ੍ਰੀਨ ਰੈਵੋਲੂਸ਼ਨ ਲੈ ਕੇ ਆਏ। ਅੱਜ ਉਹੀ ਸੜਕਾਂ ਤੇ ਗੱਲ ਤੇ ਸੁਣ ਲਓ ਨਾ ਜੀ, ਤੁਸੀਂ ਪੂਰੀ ਗੱਲ ਨਹੀਂ ਸੁਣਦੇ। ਗ੍ਰੀਨ ਰੈਵੋਲੂਸ਼ਨ ਲੈ ਕੇ ਆਏ ਤਾਂ ਉਹ ਗ੍ਰੀਨ ਰੈਵੋਲੂਸ਼ਨ ਦੀ ਵਜ੍ਹਾ ਕਰਕੇ ਅਸੀਂ ਆਤਮ ਨਿਰਭਰ ਹੋਏ ਅਨਾਜ 'ਚ। ਬਿਲਕੁਲ ਜੀ। ਉਹਦੇ ਬਦਲੇ 'ਚ ਇਹ MSP ਕਿ ਇਹ 2 ਫਸਲਾਂ ਤੇ ਕਿਸਾਨ ਆ ਕੇ ਖੜਾ ਹੋ ਗਿਆ ਦੇਸ਼ ਨੂੰ ਆਤਮ ਨਿਰਭਰ ਕਰਨ ਲਈ, ਉਹ MSP ਪੰਜਾਬ ਤੇ ਹਰਿਆਣਾ 'ਚ ਲਾਗੂ ਕੀਤੀ। ਪੰਜਾਬ 'ਚੋਂ ਖਰੀਦ ਹੁੰਦੀ ਆ 60%, ਹਰਿਆਣੇ 'ਚੋਂ ਹੁੰਦੀ ਆ 30%, 10% ਵੈਸਟਰਨ ਯੂਪੀ ਤੇ ਨੈਸ਼ਨਲ ਕੈਪੀਟਲ ਟੈਰੀਟਰੀ 'ਚ ਹੁੰਦੀ ਹੈ। ਠੀਕ ਹੈ, 280 ਮਿਲੀਅਨ ਟਨ ਅਨਾਜ ਪੈਦਾ ਹੁੰਦਾ, ਸਰਕਾਰ ਖਰੀਦ ਕਰਦੀ ਹੈ 78 ਮਿਲੀਅਨ ਟਨ ਦੀ। ਤੇ ਜੇ ਇਹ ਕਾਨੂੰਨ ਬਣਾ ਦੇਣਗੇ ਨਾ ਸਾਰੇ, ਤਾਂ ਕਾਨੂੰਨ ਇੱਕ ਸਮਾਨ ਲਾਗੂ ਹੋ ਜਾਊਗਾ MSP ਦਾ। ਜਿਹੜਾ ਨਹੀਂ ਬਣਾ ਰਹੇ ਉਹਦਾ ਕਾਰਨ ਆ ਜੀ ਜੀ। ਤੇ ਉਹ ਫਿਰ ਪੰਜਾਬ 'ਚੋਂ ਖਰੀਦ ਰਹਿ ਜਾਊਗੀ 6% ਤੇ ਹਰਿਆਣੇ 'ਚੋਂ ਵੀ ਉਦਾਂ ਹੀ ਘਟ ਜਾਊਗੀ ਤੇ ਬਾਕੀ ਸਾਰੇ ਦੇਸ਼ 'ਚੋਂ ਹੋਣ ਲੱਗ ਜਾਊਗੀ। ਜੀ ਜੀ। ਤੇ ਜੇ ਉਹ ਕਰਨਾ ਹੈਗਾ ਉਹ ਵੀ ਕਰਵਾ ਦਿੰਦੇ ਆ, ਫਿਰ ਇੱਥੋਂ ਪੰਜਾਬ ਦਾ ਕਿਸਾਨ ਵੀ ਸੁਸਾਈਡ ਹੋਰ ਕਰਨ ਲੱਗ ਜਾਊਗਾ, ਕਮਿਟ ਕਰਨ ਲੱਗ ਜਾਊਗਾ। ਇਹ ਕਿਸਾਨ ਲੀਡਰ ਜਿਹੜੇ ਆ ਇਹ ਕੰਮ ਕਰਵਾ ਕੇ ਮੰਨਣਗੇ। ਇਹਨਾਂ ਨੂੰ ਕਈ ਵਾਰ ਕਿਹਾ ਜੀ ਜੀ ਕਿ ਕੁਝ ਸਮਝੋ। ਗਰੇਵਾਲ ਸਾਹਿਬ, ਤੁਸੀਂ ਬੜੀ ਬੇਬਾਕੀ ਨਾਲ ਬੋਲਦੇ ਹੋ ਹਰ ਇੱਕ ਮੁੱਦੇ ਤੇ, ਕਿਉਂਕਿ ਉਹ ਵੀ ਅਜੇ ਸਮੇਂ ਜਦੋਂ BJP ਦੇ ਲੀਡਰਾਂ ਉੱਤੇ ਇੱਕ ਦਬਾਅ ਜ਼ਰੂਰ ਬਣਿਆ ਹੋਇਆ ਨਾ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਗੱਲਬਾਤ ਬੰਦ ਪਈ ਹੈ ਜਥੇਬੰਦੀਆਂ ਦੇ ਨਾਲ ਨਾ, ਕੋਈ ਮਸਲਾ ਕਦੋਂ ਹੱਲ ਹੋਏਗਾ? ਕਦੋਂ ਕਿਸਾਨ ਜਿਹੜੇ ਦਿੱਲੀ ਦੇ ਬਰੂਹਾਂ ਬੈਠੇ ਨੇ ਆਪਦੇ ਘਰਾਂ 'ਚ ਪਰਿਵਾਰਾਂ ਨਾਲ ਸਮਾਂ ਬਿਤਾਉਣਗੇ? ਇੱਦਾਂ ਕਿ ਗੱਲਬਾਤ ਬੰਦ ਇਸ ਕਰਕੇ ਹੋਈ ਜਦੋਂ ਮੀਟਿੰਗ ਦੇ ਅੰਦਰ ਤੁਸੀਂ ਤਖਤੀ ਲੈ ਕੇ ਬੈਠ ਜਾਓਗੇ ਜਿੱਤਾਂਗੇ ਜਾਂ ਮਰਾਂਗੇ। ਕੋਈ ਯੁੱਧ ਹੋ ਰਿਹਾ ਹਿੰਦੁਸਤਾਨ ਪਾਕਿਸਤਾਨ ਦਾ, ਕੁਰਸੀਆਂ ਘੁਮਾ ਕੇ ਪਿੱਠ ਕਰਕੇ ਬੈਠ ਜਾਓਗੇ, ਜੈਸ ਔਰ ਨੋ ਇਦਾਂ ਕਰਕੇ ਕਰਨ ਲੱਗ ਜਾਓਗੇ। ਇਹ ਬਦਤਮੀਜ਼ੀ ਮਿਨਿਸਟਰਾਂ ਨਾਲ ਕਰਦੇ ਸੀ। ਉਸ ਦੇ ਬਾਵਜੂਦ ਵੀ ਸਾਡੇ ਮਿਨਿਸਟਰ 7-7 ਘੰਟੇ ਬੈਠ ਕੇ ਸੁਣਦੇ ਸੀ 11 ਵਾਰ, ਬੇਇੱਜ਼ਤੀ ਕਰਵਾ ਕੇ ਵੀ, ਇਨਸਲਟ ਕਰਵਾ ਕੇ ਵੀ। ਤੇ ਉਹ ਇਹ ਕੋਈ ਗੱਲਬਾਤ ਦਾ ਤਰੀਕਾ? ਇਹ ਕਿਸਾਨ ਦੇ ਲਈ ਸਿੰਸੀਅਰ ਨਹੀਂ, ਇਹ ਤਾਂ ਆਪਣਾ ਏਜੰਡਾ ਪੂਰਾ ਕਰ ਰਹੇ ਆ। ਗਰੇਵਾਲ ਸਾਹਿਬ, ਨਿੱਜੀਕਰਨ ਪਹਿਲਾਂ ਹੋਇਆ, ਦੇਸ਼ ਵੇਚਿਆ ਗਿਆ ਨਾ, ਨਿੱਜੀਕਰਨ ਦਾ ਨੁਕਸਾਨ ਹੋਇਆ। ਅੱਜ ਗਰੀਬ ਬੰਦਾ ਚੰਗੀ ਐਜੂਕੇਸ਼ਨ ਨਹੀਂ ਲੈ ਸਕਦਾ। ਸੁਣ ਲਓ, ਨਿੱਜੀਕਰਨ ਨਰਸਿਮਹਾ ਰਾਓ ਦੀ ਸਰਕਾਰ ਤੋਂ ਸ਼ੁਰੂ ਹੋਇਆ, ਮਨਮੋਹਨ ਸਿੰਘ ਉਹਦਾ ਆਰਕੀਟੈਕਚਰ ਹੈ, ਇਸੇ ਨੇ ਸਾਰਾ ਕੁਝ ਸ਼ੁਰੂ ਕਰਵਾਇਆ ਤੇ ਉਸ ਦੀ ਕੋਈ ਗੱਲ ਨਹੀਂ ਕਰਦਾ। ਸਾਡੇ ਤੇ ਵਿਪਤਾ ਪਾਈ ਜਾਂਦੇ ਆ। ਲੋਕ ਵੀ ਇਹ ਕਹਿੰਦੇ ਨੇ ਕਿ ਸਰਕਾਰਾਂ ਲੋਕ ਮਾਰੂ ਨੀਤੀਆਂ ਬਣਾਉਣ ਤੇ ਅਸੀਂ ਇੰਟਰਨੈਸ਼ਨਲ ਐਗਰੀਮੈਂਟ ਸਾਈਨ ਕਰ ਗਏ ਜਿਹਦੇ ਲਈ ਅਸੀਂ ਬਾਉਂਡ ਆ। ਠੀਕ ਹੈ, ਉਸ ਤੋਂ ਬਾਹਰ ਦੇਸ਼ ਨਿਕਲ ਨਹੀਂ ਸਕਦਾ। ਤੇ ਆਹ ਕਹਾਣੀ ਹੈ। ਜਿਹੜੀ ਚੀਜ਼ ਅੱਜ ਪ੍ਰਾਈਵੇਟ ਤੁਸੀਂ ਕਾਰਪੋਰੇਟਾਂ ਦੇ ਹੱਥਾਂ ਵਿੱਚ ਸੌਂਪ ਰਹੇ ਹੋ, ਉਹ ਕੰਮ ਸਰਕਾਰ ਵੀ ਤਾਂ ਕਰ ਸਕਦੀ ਸੀ, ਕਿਉਂਕਿ ਕਾਰਪੋਰੇਟਾਂ ਨੇ ਕਰਜ਼ਾ ਲੈਣਾ ਸਰਕਾਰ ਦੇ ਕੋਲੋਂ। ਅਰੇ ਸਰਕਾਰ ਦਾ ਸਿੰਸੀਅਰਟੀ ਨਾਲ ਕੰਮ ਨਹੀਂ ਕਰਦੇ, ਜਿਹੜੇ ਅਦਾਰਿਆਂ ਤੇ ਜਾ ਕੇ ਬੈਠ ਜਾਂਦੇ ਆ, ਚਾਹੇ ਉਹ ਬਿਊਰੋਕਰੇਟ ਨੇ ਚਾਹੇ ਉਹ ਪੋਲੀਟੀਸ਼ੀਅਨ ਨੇ, ਕਰੋੜਾਂ ਰੁਪਏ ਦਾ ਘਪਲਾ ਕਰਦੇ ਆ, ਆਪਣਾ ਸਮਝ ਕੇ ਕੰਮ ਨਹੀਂ ਕਰਦੇ। ਤੇ ਹੁਣ ਅਸੀਂ ਇੱਕ ਨੈਸ਼ਨਲ ਕੋਆਪਰੇਟਿਵ ਫੈਡਰੇਸ਼ਨ ਚਲਾਉਂਦੇ ਆ, ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਆ। ਸਰਕਾਰੀ ਜਿਹੜੀਆਂ ਫੈਡਰੇਸ਼ਨਾਂ ਨੇ ਕੋਆਪਰੇਟਿਵ ਦੀਆਂ, ਉਹ ਘਾਟੇ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਉਦੋਂ ਕਿ ਵੀ ਇਹਨਾਂ ਦੇ ਉਹ ਕੰਮ ਦਾ ਦੇਖੋ ਕਿ ਕਿਸ ਤਰ੍ਹਾਂ ਕਰਕੇ ਪ੍ਰੋਫਿਟ ਮੇਕਿੰਗ ਨੇ, ਕਿਉਂਕਿ ਅਸੀਂ ਆਪਣਾ ਸਮਝ ਕੇ ਚਲਾਉਣੇ ਆ। ਜੀ ਜੀ। ਠੀਕ ਹੈ, 1800 ਕਰੋੜ ਟਰਨਓਵਰ ਆ ਉਹਦੀ ਨੈਕ ਆਫ ਦੀ। ਤੇ ਇਹ ਸਰਕਾਰੀ ਘਾਟੇ 'ਚ, ਇਸ ਕਰਕੇ ਘਾਟੇ ਜਾਂਦੇ ਨੇ। ਤਾਂ ਸਰਕਾਰ ਘਾਟੇ ਦਾ ਧੰਦਾ ਕਿਉਂ ਕਰੂਗੀ? ਲੋਕਾਂ ਤੇ ਹੀ ਪੈਣਾ ਉਹ। ਗਰੇਵਾਲ ਸਾਹਿਬ, ਮੈਨੂੰ ਨਾਲ ਦੱਸ ਦਿਓ, ਤੁਸੀਂ ਮਾਣ ਮਹਿਸੂਸ ਕਰਦੇ ਹੋ, ਤੁਸੀਂ ਜੱਟ ਹੋ ਨਾ, ਜੱਟ ਤਾਂ ਬੰਦਾ ਖਰੀ ਗੱਲ ਕਰਦਾ ਜਾ ਕੇ। ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਜਾ ਕੇ ਕਿਉਂ ਨਹੀਂ ਕਹਿੰਦੇ, ਭਾਈ ਮੇਰੇ ਪੰਜਾਬੀਆਂ ਨੂੰ ਤੁਸੀਂ ਸੜਕਾਂ ਤੇ ਕਿਉਂ ਬਿਠਾਇਆ, ਮਸਲਾ ਹੱਲ ਕਰੋ ਛੇਤੀ? ਪ੍ਰਧਾਨ ਮੰਤਰੀ ਸਾਹਿਬ ਦੀ ਗਲਤੀ ਹੋਵੇ ਤਾਂ ਹੀ ਕਹੀਏ ਨਾ, ਉਹ ਤਾਂ ਹੱਲ ਕਰਨਾ ਚਾਹੁੰਦੇ ਆ। ਆਪਣੇ ਪੰਜਾਬੀਆਂ ਦੀ ਗਲਤੀ ਆ ਨਾ। ਆ ਜਿਹੜੇ ਕਿਸਾਨ ਲੀਡਰ ਨੇ ਔਰ ਕੈਪਟਨ ਅਮਰਿੰਦਰ ਸਿੰਘ ਜਿਹਨੇ, ਜੇ ਕਿਸਾਨ 30 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਪਿੱਛੇ ਇੰਨੇ ਕਿਸਾਨ ਲੱਗ ਸਕਦੇ ਨੇ, ਤੁਸੀਂ BJP ਦੇ ਲੀਡਰ ਹੈਗੇ ਹੋ। ਉਹ ਸੁਣ ਲਓ ਗੱਲ, ਤੁਸੀਂ 40 ਕਿਸਾਨ ਜਥੇਬੰਦੀਆਂ ਚੋਂ 25-26 ਦੇ ਕਰੀਬ ਮੰਨੇ ਹੋਏ ਆ, 3-4 ਹੀ ਸੀਗੇ ਖਾਸ ਜਿਹੜੇ ਮੰਨਦੇ ਨੇ। ਜੋਗਿੰਦਰ ਯਾਦਵ ਆ, ਜੋਗਿੰਦਰ ਸਿੰਘ ਉਗਰਾਹਾਂ ਔਰ ਹਨਨ ਮੌਲਾ, ਕਵਿਤਾ, ਇਹ ਸਾਰੇ ਇਦਾਂ ਦੇ ਹੈਗੇ ਆ। ਹੋਰ ਵੀ ਇਹਨਾਂ ਦੇ ਨਾਲ 1-2 ਕਮਿਊਨਿਸਟ ਨੇ, ਔਰ ਉਰਦੂ ਸਿੰਘ ਵੀ ਹੈਗਾ। ਤੇ ਜਿਹੜੇ ਨਹੀਂ ਮੰਨਦੇ, ਉਰਦੂ ਸਿੰਘ ਤਾਂ ਫਿਰ ਥੋੜਾ ਜਿਹਾ ਮੋਡਰੇਟ ਆ, ਤੇ ਇਹ ਮੰਨ ਨਹੀਂ ਰਹੇ, ਇਹ ਕੰਮ ਵਿਗਾੜਦੇ ਆ ਸਾਰਾ। ਮਨਾ ਲੋਗੇ ਕੀ ਲੱਗਦਾ? ਆਪੇ ਮੰਨਣਗੇ। ਹੁਣ ਆਖਰ ਲੋਕਾਂ ਨੇ ਮਨਾ ਲੈਣੇ ਆ। ਇਹ ਕਿਵੇਂ ਮਨਾਓਗੇ? ਇਹ ਕਿਸਾਨਾਂ ਨੇ ਮਨਾ ਲੈਣੇ। ਤੁਹਾਨੂੰ ਅੱਜ ਦੱਸਦਾ, ਜਿੱਦਣ ਕਿਸਾਨ ਨੂੰ ਸਮਝ ਆ ਗਈ ਕਿ ਸਾਨੂੰ ਪਾਗਲ ਬਣਾ ਕੇ ਬਿਠਾਈ ਰੱਖਿਆ, ਉਹਨਾਂ ਨੇ ਡੰਡੇ ਲੈ ਕੇ ਲੱਭਦੇ ਫਿਰਨਾ, ਇਹ ਲੱਭਣੇ ਨਹੀਂ ਕਿਤੇ। ਪਰ ਕਿਸਾਨ ਲੀਡਰਾਂ ਨਾਲ ਸਾਡੀ ਵੀ ਗੱਲ ਹੋਈ ਹੈ ਤੇ ਕਿਸਾਨਾਂ ਨਾਲ ਵੀ,
ਕਿਸਾਨ ਲੀਡਰ ਇਸ ਗੱਲੋਂ ਡਰਦੇ ਨੇ, ਕਹਿੰਦੇ ਖਾਲੀ ਹੱਥ ਵਾਪਸ ਚਲੇ ਗਏ ਤਾਂ ਸਾਨੂੰ ਇਹਨਾਂ ਨੇ ਅਰੇ ਬਿਲਕੁਲ ਖਾਲੀ ਹੱਥ ਨਹੀਂ ਜਾ ਰਹੇ ਜੀ, ਸਾਰਾ ਕੁਝ ਕਰਵਾ ਕੇ ਜਾਣਗੇ। ਖਾਲੀ ਹੱਥ ਬਿਲਕੁਲ ਨਹੀਂ, ਸਰਕਾਰ ਉਹਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਹੈ। ਤੁਸੀਂ ਬੀਜੇਪੀ ਦੇ ਪੰਜਾਬ ਦੇ ਵਿੱਚ ਵੱਡੇ ਚਿਹਰੇ ਹੈਗੇ ਹੋ, ਕਿਵੇਂ ਮਸਲਾ ਹੱਲ ਕਰਾਓਗੇ, ਕਦੋਂ ਤੱਕ ਕਰਾਓਗੇ? ਉਹ ਹੱਲ ਆ ਮਸਲਾ ਤਾਂ ਤੁਸੀਂ ਇਹਨਾਂ ਨੂੰ ਬਿਠਾ ਲਓ ਨਾ, ਸਾਹਮਣੇ ਗੱਲ ਕਰਾ ਲਓ। ਇਹ ਕਿਸਾਨ ਲੀਡਰਾਂ ਨੇ ਉਲਝਾਇਆ ਹੋਇਆ, ਹੋਰ ਕੋਈ ਗੱਲ ਨਹੀਂ ਹੈ ਜੀ ਜੀ। ਮਸਲਾ ਤਾਂ ਹੱਲ ਹੋਇਆ ਹੋਇਆ। ਸੋ ਜਾਂਦੇ ਜਾਂਦੇ ਇੱਕ ਵਾਰ ਜ਼ਰੂਰ ਦੱਸ ਦਿਓ, ਨਰਿੰਦਰ ਮੋਦੀ ਦੇ 7 ਸਾਲਾਂ ਦੇ ਵਿੱਚ ਤੁਸੀਂ ਕਿਹੜੇ ਸਭ ਤੋਂ ਚੰਗੇ ਕੰਮ ਕੀਤੇ ਨੇ? ਨਰਿੰਦਰ ਮੋਦੀ ਜੀ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਚਾਈਨਾ ਹਰ ਵਾਰ ਸਾਡੀ ਜ਼ਮੀਨ ਤੇ ਕਬਜ਼ਾ ਕਰਦਾ ਸੀ, ਅੱਗੇ ਵੱਧ ਜਾਂਦਾ ਸੀ 1000-2000 ਕਿਲੋਮੀਟਰ ਸਾਡੇ ਏਰੀਏ 'ਚ, ਤੇ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਚਾਈਨਾ ਨੂੰ ਇਹ ਨਹੀਂ ਕਰਨ ਦਿੱਤਾ। ਆਤੰਕਵਾਦੀਆਂ ਦਾ ਇਹ ਸੀ ਕਿ ਆਤੰਕਵਾਦੀ ਸਾਨੂੰ ਖਰਾਬ ਕਰਦੇ ਸੀ, ਤੇ ਉਹ ਜਿਹੜਾ ਹੈਗਾ ਆਤੰਕਵਾਦੀਆਂ ਨੂੰ ਹੁਣ ਮਾਰੇ ਬਿਨਾਂ ਨਹੀਂ ਛੱਡਦੇ। ਸਾਡੀਆਂ ਫੌਜਾਂ ਜਿਹੜੀਆਂ ਸੈਨਾਵਾਂ ਨੇ, ਉਹ ਸਰਕਾਰ ਦੀ ਇੱਛਾ ਸ਼ਕਤੀ ਹੈ। ਠੀਕ ਹੈ ਜੀ। ਤੇ ਹੋਰ ਇਸ ਤੋਂ ਜ਼ਿਆਦਾ ਅੱਛੇ ਕੰਮ ਕੀ ਕਰਦੀ ਹੈ? ਤੇ ਬਾਕੀ ਦੇਸ਼ ਦੀ ਇੱਜ਼ਤ ਵਧੀ ਹੈ, ਸਤਿਕਾਰ ਵਧਿਆ, ਸਾਡੇ ਪ੍ਰਧਾਨ ਮੰਤਰੀ ਦਾ ਸਤਿਕਾਰ ਵਧਿਆ ਜੀ ਜੀ। ਛੇਤੀ ਉਮੀਦ ਕਰ ਸਕਦੇ ਹਾਂ ਛੇਤੀ ਮਸਲਾ ਹੱਲ ਹੋਏਗਾ। ਹੋ ਜਾਊਗਾ। ਸ਼ੁਕਰੀਆ ਗੱਲਬਾਤ ਕਰਨ ਤੁਹਾਡਾ। ਸੋ ਇਹ ਸਨ ਹਰਜੀਤ ਸਿੰਘ ਗਰੇਵਾਲ, ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਹੈਗੇ ਨੇ। ਉਹਨਾਂ ਦਾ ਕਹਿਣਾ ਹੈ ਕਿ ਛੇਤੀ ਜਿਹੜਾ ਮਸਲਾ ਹੈਗਾ ਉਹ ਹੱਲ ਕਰ ਲਿਆ ਜਾਏਗਾ। ਬਹੁਤ ਸਾਰੇ ਜਥੇਬੰਦੀ ਦੇ ਜਿਹੜੇ ਆਗੂ ਹੈਗੇ ਨੇ ਉਹ ਮੰਨੇ ਹੋਏ ਨੇ, ਪਰ ਕੁਝ ਕੁ ਅੜੇ ਹੋਏ ਨੇ, ਉਹਨਾਂ ਨੂੰ ਵੀ ਮਨਾ ਲਿਆ ਜਾਏਗਾ। ਪਰ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋਇਆ ਜਦੋਂ ਦਿੱਲੀ ਦੀਆਂ ਬਰੂਹਾਂ ਉੱਤੇ ਇੰਨੇ ਲੰਮੇ ਸਮੇਂ ਤੋਂ ਕਿਸਾਨ ਬੈਠੇ ਹੋਣ ਤੇ ਮਸਲਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਹੈ, ਕਿਉਂਕਿ ਬੀਜੇਪੀ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਦੇਸ਼ ਦੇ ਜਿਹੜੇ ਜਨਤਾ ਹੈਗੀ ਆ, ਕਿਸਾਨ ਹੈਗੇ ਨੇ, ਉਹ ਸੜਕਾਂ ਉੱਤੇ ਬੈਠੇ ਹੋਣ, ਉਹਨਾਂ ਦਾ ਭਰੋਸਾ ਜਿੱਤਿਆ ਜਾਵੇ ਤੇ ਮਸਲਾ ਹੱਲ ਕੀਤਾ ਜਾਵੇ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਹੁਣ ਕਿਸਾਨ ਅੰਦੋਲਨ ਕਦੋਂ ਖਤਮ ਹੋਵੇਗਾ ਤੇ ਕਿਸਾਨ ਖੁਸ਼ੀ-ਖੁਸ਼ੀ ਕਦੋਂ ਆਪਣੇ ਘਰਾਂ ਨੂੰ ਪਰਤਣਗੇ। ਕੈਮਰਾਮੈਨ ਵੇਦ ਰਾਮ ਦੇ ਨਾਲ ਮੈਨੂੰ ਅਮਨ ਮੋਹਨ ਮੁਜਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।